ਕੋਈ ਸਮਾਂ ਹੁੰਦਾ ਸੀ ਸਾਡੇ ਇਹ ਫੋਨ ਜਿਹੜੇ ਆ ਤਾਰ ਦੇ ਨਾਲ ਵੱਜੇ ਹੁੰਦੇ ਸੀ। ਅੱਜ ਕੀ ਹੋਇਆ, ਉਹ ਤਾਰਾਂ ਦੇ ਨਾਲੋਂ ਫੋਨ ਖੁੱਲ ਗਏ, ਅਸੀਂ ਵੱਜ ਗਏ। ਪ੍ਰਧਾਨ ਮੰਤਰੀ ਨੂੰ ਮਿਲੇ ਆ, ਤੁਸੀਂ ਗ੍ਰਹਿ ਮੰਤਰੀ ਨੂੰ ਮਿਲੇ ਆ, ਤੁਸੀਂ ਰਾਸ਼ਟਰਪਤੀ ਨੂੰ ਮਿਲੇ ਆ, ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖਲਾਉਣ ਦੀ ਗੱਲ ਕੀਤੀ ਹੈ, ਤੇ ਜਿਹੜੇ ਕਿਸਾਨ ਵਿਚਾਰੇ ਸਾਲ ਭਰ ਉੱਥੇ ਬੈਠੇ ਨੇ, ਇੰਨੇ ਸ਼ਹੀਦ ਹੋ ਗਏ ਨੇ, ਓਏ ਉਹਨਾਂ ਦੀ ਕਿਸਮਤ ਦਾ ਲਾਂਘਾ ਵੀ ਖਲਵਾ ਕੇ ਮੁੜਦੇ। ਜੋ ਇਸ ਵੇਲੇ ਬੀਜੇਪੀ ਦੇ ਹਾਲਾਤ ਨੇ, ਇਹਨਾਂ ਨੂੰ ਬਹੁਤ ਵੱਡੇ ਹੌਸਲੇ ਦੀ ਲੋੜ ਹੈ। ਜਿਹੜੇ ਸਵੱਛ ਭਾਰਤ ਦੀਆਂ ਗੱਲਾਂ ਕਰਦੇ ਨੇ, ਡਿੰਗਾ ਮਾਰਦੇ ਨੇ, ਉਹ ਮੁਹਿੰਮ ਜਿਹੜੀ ਹੈ ਸਿਰਫ ਫੋਟੋਆਂ ਤੱਕ ਸੀਮਤ ਹੋ ਕੇ ਰਹਿ ਗਈ। ਭੋਪਾਲ ਦੇ ਵਿੱਚ ਵਰਲਡ ਕਲਾਸ ਰੇਲਵੇ ਦਾ ਉਦਘਾਟਨ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਹੋਰਾਂ ਵੱਲੋਂ, ਤੇ ਇਹ ਕਿਹੜਾ ਭਾਰਤ ਹੈ ਤੇ ਉਹ ਕਿਹੜਾ ਭਾਰਤ ਹੈ, ਅਜੇ ਤੱਕ ਸਾਨੂੰ ਸਮਝ ਨਹੀਂ। ਕਿਤੇ ਵੀ ਕੋਈ ਵੀ ਔਰਤਾਂ ਦੇ ਲਈ ਸਿਕਿਉਰਿਟੀ ਨਹੀਂ, ਸੋ ਉਹ ਸਿਕਿਉਰਿਟੀ ਕਦੋਂ ਦਿੱਤੀ ਜਾਏਗੀ? ਤੁਸੀਂ ਜਿਹੜੇ ਪਹਿਲਾਂ ਤੋਂ ਤੁਹਾਡੇ ਕੋਲ ਸਿਸਟਮ ਹੈ ਉਹਨੂੰ ਤੇ ਸਵਾਰ ਲਓ। ਜਿਹੜੀ ਮੇਨ ਜ਼ਰੂਰਤ ਜਿਸ ਥਾਂ ਦੀ ਹੈਗੀ ਆ, ਉਹਨਾਂ ਨੂੰ ਸਵਾਰਨ ਦੀ ਬਜਾਏ ਅਸੀਂ ਪਿਕ ਐਂਡ ਚੂਜ਼ ਕੰਮ ਕਰ ਰਹੇ ਹਾਂ। ਮਾਨਯੋਗ ਡੀਸੀ ਸਾਹਿਬ, ਫਿਕਰ ਕਰੋ ਉਹਨਾਂ ਮਜ਼ਦੂਰਾਂ ਦਾ, ਫਿਕਰ ਕਰੋ ਉਹਨਾਂ ਲੋਕਾਂ ਦਾ ਕਿ ਜਿਹੜੇ ਨਿਤ ਮੌਤ ਦੇ ਨਾਲ ਘੁਲਦੇ ਨੇ। ਉਹਨਾਂ ਨੂੰ ਟੀਕਿਆਂ ਤੋਂ ਤੁਸੀਂ ਕੀ ਡਰਾਓਗੇ? ਜਿਨ੍ਹਾਂ ਲੋਕਾਂ ਨੂੰ ਫਿਕਰ ਸਿਰਫ ਰੋਟੀ ਦਾ ਹੈ, ਉਹਨਾਂ ਨੂੰ ਮੌਤ ਨਹੀਂ ਸਤਾਉਂਦੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ, ਪ੍ਰੋਗਰਾਮ ਪੰਜਾਬੀ ਸੱਤ ਲੈ ਕੇ ਹਾਜ਼ਰ ਆ ਮੈਂ ਰਮਨੀਕ ਕੌਰ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰ ਜੀ। ਕੀ ਗੱਲ, ਜਿਹੜੇ ਨਾ ਖੰਗੂਰੇ ਆ, ਹਾਂ, ਇਹ ਕਹਿੰਦੇ ਨੇ ਕਿ ਕੋਈ ਖੰਗੂਰਾ ਮਾਰਦਾ ਕਿਸੇ ਨੂੰ ਦੇਖ ਕੇ, ਕੋਈ ਖੰਗੂਰਾ ਲਿਆਕਤ ਦਾ ਹੁੰਦਾ ਜੀ, ਕੋਈ ਖੰਗੂਰਾ ਵੈਰ ਵਿਰੋਧ ਦਾ ਵੀ ਹੁੰਦਾ ਹੈ, ਕੋਈ ਖੰਗੂਰਾ ਐਸਾ ਹੁੰਦਾ ਕਿਸੇ ਨੂੰ ਅਲਰਟ ਕਰਦਾ। ਬਿਲਕੁਲ ਠੀਕ ਹੈ ਨਾ। ਬੜੇ ਬਜ਼ੁਰਗ ਘਰ ਵੜਨ ਤੋਂ ਪਹਿਲਾਂ ਉਹ ਖੰਗੂਰੇ ਮਾਰਿਆ ਕਰਦੇ ਹੁੰਦੇ ਸੀ ਜੀ ਕਿ ਲਓ ਵੇ ਹੁਣ ਤੁਹਾਡਾ ਭਾਈ ਆ ਗਿਆ, ਹੁਣ ਨੂੰਹਾਂ ਸਿਰ ਕੱਜ ਲੈਣ। ਠੀਕ ਹੈ ਨਾ, ਕਿਉਂਕਿ ਇੱਕ ਮਾਣ ਮਰਿਆਦਾ ਹੈ ਜੀ। ਤੇ ਕਈ ਖੰਗੂਰੇ ਹੁੰਦੇ ਆ ਕਿ ਜਿਹੜੇ ਦੇਖ ਕੇ ਵੱਜਦੇ ਨੇ ਕਿਸੇ ਨੂੰ। ਠੀਕ ਹੈ ਨਾ। ਪਰ ਗੱਲ ਇਹ ਕਹਿੰਦੇ ਆ ਕਿ ਇਹ ਜਵਾਨੀ ਜਿਹੜੀ ਹੈ, ਇਹ ਉਮਰ ਜਿਹੜੀ ਹੈ, ਇਹ ਰੱਖ ਨਾ ਜਵਾਨੀ ਕੰਧਾਂ ਨਾਲ ਖਹਿਣ ਨੂੰ, ਮੋਢਿਆਂ ਤੋਂ ਥੁੱਕਣ ਤੇ ਖੰਗੂਰੇ ਲੈਣ ਨੂੰ। ਇਹ ਜਵਾਨੀ ਦੇ ਵਿੱਚ ਕੁਝ ਕੰਮ ਵੀ ਹੋਣੇ ਚਾਹੀਦੇ ਨੇ, ਪਰ ਆਮ ਤੌਰ ਤੇ ਮੈਨੂੰ ਇਹ ਪਤਾ ਕਿ ਇਹ ਤੁਹਾਡਾ ਖੰਗੂਰਾ ਨਹੀਂ, ਇਹ ਖੰਘ ਤੇ ਖੁਸ਼ਕੀ ਹੈ, ਤੇ ਖੰਘ ਖੁਸ਼ਕੀ ਅਸੀਂ ਚੱਕ ਦਿੰਦੇ ਹੁੰਦੇ ਆ। ਖੰਘ ਤੇ ਖੁਸ਼ਕੀ ਜਿਹੜੀ ਹੈ ਨਾ, ਇਹ ਦੇਣ ਹੈ ਸਾਨੂੰ ਸਾਡੀ ਆਬੋ ਹਵਾ ਦੀ। ਉਹ ਆਬੋ ਹਵਾ ਜਿਹਨੂੰ ਅਸੀਂ ਪਲੀਤ ਕਰ ਦਿੱਤਾ ਜੀ, ਜਿਹਦੇ ਵਿੱਚ ਅਸੀਂ ਸਾਹ ਨਹੀਂ ਲੈ ਸਕਦੇ। ਸਾਡਾ ਦਮ ਜਿਹੜਾ ਘੁੱਟਿਆ ਹੋਇਆ ਇਸ ਵੇਲੇ, ਔਰ ਅਸੀਂ ਜਿਸ ਪੋਲੂਸ਼ਨ ਦੇ ਵਿੱਚ ਰਹਿ ਰਹੇ ਹਾਂ, ਜੀ ਰਹੇ ਹਾਂ, ਉਹਦੇ ਵਿੱਚ ਜੀਣਾ ਮੁਹਾਲ ਹੋਇਆ ਪਿਆ। ਬਿਲਕੁਲ ਬਿਲਕੁਲ। ਦੇਖੋ, ਜੇਕਰ ਅਸੀਂ ਗੱਲ ਕਰੀਏ, ਅੱਜ ਸਾਡੀ ਜਿਹੜੀ ਆਬੋ ਹਵਾ ਆ ਬਹੁਤ ਜ਼ਿਆਦਾ ਪਲੀਤ ਹੋ ਚੁੱਕੀ ਆ, ਔਰ ਇੰਨੀ ਜ਼ਿਆਦਾ ਕਿ ਇਹਦੇ ਅੰਦਰ ਅਸੀਂ ਸਾਹ ਜਿਹੜੇ ਆ ਉਹ ਜ਼ਿੰਦਗੀ ਦੇ ਨਹੀਂ, ਅਸੀਂ ਤੇ ਸਿਰਫ ਮੌਤ ਦੇ ਨਾਲ ਟੱਕਰਾਂ ਮਾਰ ਰਹੇ ਹਾਂ। ਸਾਡੀ ਜਿਹੜੀ ਹਵਾ ਦੀ ਗੁਣਵੱਤਾ ਆ ਉਹ ਇੰਨੀ ਵੱਧ ਤੋਂ ਬਦਤਰ ਨਿਤ ਹੁੰਦੀ ਜਾ ਰਹੀ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਭਵਿੱਖ ਜਿਹੜਾ ਉਹ ਹਨੇਰਾ ਦਿਖਾਈ ਦੇ ਰਿਹਾ। ਬਿਲਕੁਲ ਜੀ। ਦਿੱਲੀ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਹੁਣ ਮਾਨਯੋਗ ਸੁਪਰੀਮ ਕੋਰਟ ਨੂੰ ਉਹਦੇ ਵਿੱਚ ਦਖਲ ਦੇਣਾ ਪਿਆ ਹੈ, ਔਰ ਉਹ ਦਿੱਲੀ ਜਿਹੜੀ ਇਹ ਕਹਿੰਦੀ ਹੈ ਕਿ ਪੰਜਾਬ 'ਚ ਪਰਾਲੀ ਸਾੜੀ ਜੀ, ਹਰਿਆਣੇ 'ਚ ਪਰਾਲੀ ਸਾੜੀ ਹੈ, ਤਾਂ ਕਰਕੇ ਸਾਡਾ ਇਹ ਹਾਲ ਹੋਇਆ। ਸੁਪਰੀਮ ਕੋਰਟ ਨੇ ਤੇ ਇਹ ਵੀ ਕਹਿ ਦਿੱਤਾ ਹੈ ਕਿ 10% ਹੁੰਦਾ ਹੋਏਗਾ ਸਿਰਫ ਪਰਾਲੀ ਦੇ ਨਾਲ ਪੋਲੂਸ਼ਨ। ਤੁਸੀਂ ਹਮੇਸ਼ਾ ਕਿਸਾਨਾਂ ਦੇ ਸਿਰ ਭਾਂਡਾ ਫੋੜਦੇ ਹੋ, ਪੰਜਾਬ ਤੇ ਹਰਿਆਣੇ ਨੂੰ ਕਹਿੰਦੇ ਹੋ, ਜਦ ਕਿ ਤੁਹਾਡਾ ਆਪਣਾ ਪੋਲੂਸ਼ਨ ਕਿੰਨਾ ਜ਼ਿਆਦਾ ਹੈ। ਆਪਣੀਆਂ ਫੈਕਟਰੀਆਂ ਨੂੰ ਸਾਂਭੋ, ਆਪਣੀਆਂ ਕਾਰਾਂ ਨੂੰ ਸਾਂਭੋ, ਆਪਣੇ ਪਾਵਰ ਪਲਾਂਟਾਂ ਨੂੰ ਦੇਖੋ, ਉੱਥੇ ਕਿੰਨਾ ਪੋਲੂਸ਼ਨ ਹੈ। ਦੇਖੋ, ਗੱਲ ਇਹੀ ਹੈ ਕਿ ਅਸੀਂ ਹਰ ਇੱਕ ਚੀਜ਼ ਦੇ ਉੱਪਰ ਸਿਆਸਤ ਕਰਦੇ ਹਾਂ। ਇੱਥੇ ਵੇਲਾ ਸੋਚਣ ਦਾ, ਵਿਚਾਰਨ ਦਾ। ਜੇਕਰ ਅੱਜ ਅਸੀਂ ਸੋਚਿਆ ਤੇ ਵਿਚਾਰਿਆ ਨਾ, ਇੱਕ ਰਿਪੋਰਟ ਇਹ ਵੀ ਕਹਿੰਦੀ ਹੈ ਪ੍ਰਦੂਸ਼ਣ ਦੇ ਨਾਲ ਤੁਹਾਡੀ ਉਮਰ ਜਿਹੜੀ ਆ 5 ਤੋਂ 10 ਸਾਲ ਤੱਕ ਘਟ ਜਾਂਦੀ ਜੀ। ਬਿਲਕੁਲ, ਸਾਡੀ ਵੀ ਘਟੀ ਹੋਈ ਆ, ਅਸੀਂ ਵੀ ਲੋਕ ਮਰਦੇ ਜਾ ਰਹੇ ਹਾਂ, ਪ੍ਰਦੂਸ਼ਣ ਦੇ ਨਾਲ ਮੌਤਾਂ ਹੋਣ ਲੱਗ ਪਈਆਂ ਨੇ। ਇੱਧਰਲੇ ਮੁਲਕਾਂ ਦੇ ਵਿੱਚ ਵੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ। ਜਦੋਂ ਇੱਕ ਔਰਤ ਡਾਕਟਰ ਦੇ ਕੋਲ ਜਾਂਦੀ ਹੈ ਤੇ ਡਾਕਟਰ ਉਹਨੂੰ ਇਸੇ ਹੀ ਪ੍ਰਦੂਸ਼ਣ ਦੀ ਵਜ੍ਹਾ ਦੇ ਨਾਲ, ਇਸੇ ਹੀ ਬਦਲੀ ਹੋਈ ਆਬੋ ਹਵਾ ਦੇ ਨਾਲ, ਗਲੋਬਲ ਵਾਰਮਿੰਗ ਦੇ ਨਾਲ, ਜਿਹੜੀ ਕਲਾਈਮੇਟ ਚੇਂਜ ਜਿਹੜਾ ਹੋ ਰਿਹਾ, ਉਹਦੇ ਕਾਰਨ ਉਹਨੂੰ ਬਿਮਾਰੀ ਦਾ ਕਾਰਨ ਦੱਸ ਰਿਹਾ ਹੈ, ਡਾਇਗਨੋਸ ਕੀਤਾ ਗਿਆ ਬਕਾਇਦਾ। ਜੇਕਰ ਇਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਨੇ ਤੇ ਖਤਰੇ ਦੀ ਘੰਟੀ ਖੜਕਣ ਲੱਗ ਪਈ ਹੈ। ਪਰ ਅਸੀਂ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਸਾਡੇ ਸਿਆਸੀ ਲੋਕ ਨੇ, ਉਹ ਸਿਰਫ ਇਹਨਾਂ ਚੀਜ਼ਾਂ ਦੇ ਉੱਪਰ ਸਿਆਸਤ ਕਰਦੇ ਨੇ। ਕੇਜਰੀਵਾਲ ਕਹਿੰਦੇ ਨੇ ਪੰਜਾਬ ਦਾ ਧੂੰਆਂ ਇੱਧਰੋਂ ਆਉਂਦਾ, ਉਹ ਕਹਿੰਦੇ ਪੰਜਾਬ ਨੂੰ ਕਿਉਂ ਕਹਿੰਦੇ ਹੋ। ਮਸਲਾ ਇਹ ਹੈ ਕਿ ਹੁਣ ਤੁਸੀਂ ਰਲ ਮਿਲ ਕੇ ਸੋਚੋ। ਇੱਕ ਹੋਰ ਸੁਪਰੀਮ ਕੋਰਟ ਦਾ ਫੈਸਲਾ ਹੈ, ਉਹਦੇ ਵਿੱਚ ਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਪੰਜਾਬ ਰੇਗਿਸਤਾਨ ਵੀ ਬਣ ਸਕਦਾ ਹੈ। ਬਹੁਤ ਵੱਡਾ
ਫਿਕਰ ਔਰ ਸੋਚਣ ਵਾਲੀ ਗੱਲ ਇਹ ਹੈ ਕਿਉਂਕਿ ਪੰਜਾਬ ਦੇ ਵਿੱਚ ਕਹਿੰਦੇ ਕਿ ਜਿਹੜਾ ਪਾਣੀ ਦਾ ਪੱਧਰ ਆ ਲਗਾਤਾਰ ਘਟਦਾ ਜਾ ਰਿਹਾ ਲਗਾਤਾਰ। ਔਰ ਜੇਕਰ ਅਸੀਂ ਬਲੈਕ ਬਾਕਸ ਦੀ ਗੱਲ ਕਰੀਏ ਤਾਂ ਧਰਤੀ ਦੇ ਹੇਠਾਂ ਜਿਹੜੇ ਲਗਾਤਾਰ ਬਣਦੇ ਜਾ ਰਹੇ ਆ, ਕੋਈ ਕਿਸੇ ਸਮੇਂ ਜਿਹੜੇ ਆ ਉਹ ਜਿਹੜੇ 2000 ਦੇ ਵਿੱਚ ਕਿੰਨੇ ਸੀ, 17 ਦੇ ਵਿੱਚ ਕਿੰਨੇ ਹੋ ਗਏ, ਹੁਣ 20 ਦੇ ਵਿੱਚ ਕਿੰਨੇ, ਇਹ ਜਿਹੜੀਆਂ ਲਗਾਤਾਰ ਚੀਜ਼ਾਂ ਵੱਧ ਰਹੀਆਂ ਨੇ ਉਹਨਾਂ ਨੇ ਸਾਨੂੰ ਫਿਕਰਾਂ ਦੇ ਵਿੱਚ ਪਾਇਆ ਹੋਇਆ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਕਿਤੇ ਵਿਚਾਰੀ ਇਸ ਗੰਦੀ ਹਵਾ ਦੇ ਵਿੱਚ ਸਾਹ ਲੈਂਦੀ ਜੇਕਰ ਕਿਤੇ ਘੁੱਟ ਪਾਣੀ ਦਾ ਪੀਣਾ ਚਾਹਵੇ ਕਿਤੇ ਉਹ ਵੀ ਜ਼ਹਿਰ ਦਾ ਘੁੱਟ ਨਾ ਹੋਵੇ। ਬਿਲਕੁਲ ਜੀ, ਤੁਸੀਂ ਇਹ ਗੱਲ ਕਹੀ ਹੈ ਤੇ ਜਿਹੜੇ ਆંકੜੇ ਨੇ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਪੂਰੀ ਦੁਨੀਆ ਦੇ ਵਿੱਚ 42 ਲੱਖ ਤੋਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਹ ਪੋਲੂਸ਼ਨ ਦੇ ਕਰਕੇ ਹੁੰਦੀਆਂ ਨੇ। 에ਅਰ ਕੁਆਲਿਟੀ ਇੰਡੈਕਸ ਜਿਹੜਾ ਆਈਡਲ ਜਿਹਨੂੰ ਆਪਾਂ ਕਹਿੰਦੇ ਆ ਉਹ 50 ਤੋਂ 100 ਦੇ ਵਿਚਕਾਰ ਹੁੰਦਾ ਹੈ। ਦਿੱਲੀ ਦੇ ਵਿੱਚ ਇਸ ਵੇਲੇ 353 ਤੋਂ ਪਾਰ ਹੋਇਆ ਹੈ ਔਰ ਇਹ ਲਗਾਤਾਰ ਘਟਦਾ ਵੱਧਦਾ ਰਹਿੰਦਾ ਹੈ, ਲੇਕਿਨ 300 ਤੋਂ ਥੱਲੇ ਕਦੇ ਆਇਆ ਨਹੀਂ। ਤੁਸੀਂ ਆਪ ਸੋਚੋ ਕਿੰਨੀ ਘੁੱਟਵੀਂ ਹਵਾ ਦੇ ਵਿੱਚ ਜੀਂਦੇ ਨੇ। ਔਰ ਇੱਕ ਗੱਲ ਇਹ ਵੀ ਕਹਿੰਦੀ ਹੈ ਕਿ ਜੇ 2020 ਦੇ ਵਿੱਚ ਕਈ ਮਹੀਨਿਆਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ 25,000 ਦੇ ਕਰੀਬ ਮੌਤਾਂ ਕਰੋਨਾ ਨਾਲ ਹੋਈਆਂ ਨੇ ਤੇ ਉੱਥੇ 50,000 ਦੇ ਕਰੀਬ ਮੌਤਾਂ ਜਿਹੜੀਆਂ ਨੇ ਉਹ ਹੋਈਆਂ ਨੇ ਸਿਰਫ ਪੋਲੂਸ਼ਨ ਦੇ ਕਰਕੇ। ਤੁਸੀਂ ਖੁਦ ਸੋਚੋ ਕਿ 99% ਆਬਾਦੀ, ਇਹ WHO ਦੀ ਰਿਪੋਰਟ ਹੈ, 99% ਆਬਾਦੀ ਜਿਹੜੀ ਹੈ ਉਹ ਪੋਲੂਸ਼ਨ ਦੇ ਵਿੱਚ ਜੀਣ ਨੂੰ ਮਜਬੂਰ ਹੋ ਚੁੱਕੀ ਹੈ ਜੀ। ਔਰ ਜੇਕਰ ਇਹ 99% ਆਬਾਦੀ ਇਸ ਪੋਲੂਸ਼ਨ ਦੇ ਵਿੱਚ ਜੀ ਰਹੀ ਆ ਤਾਂ ਇਹਦੇ ਵਿੱਚ ਹੁਣ ਕਸੂਰ ਕਿਹਦਾ ਜੀ? ਕਿ ਉਹ ਪੋਲੂਸ਼ਨ ਜਿਹੜਾ ਆ ਉਹ ਸਰਕਾਰਾਂ ਕੰਟਰੋਲ ਕਿਉਂ ਨਹੀਂ ਕਰ ਰਹੀਆਂ, ਸਰਕਾਰੀ ਤੰਤਰ ਕਿਉਂ ਨਹੀਂ ਚਾਕ ਚੌਬੰਦ ਹੈਗਾ? ਲਾਕਡਾਊਨ ਲਾਉਣ ਦੀ ਗੱਲ ਕੀਤੀ, ਲਾਕਡਾਊਨ ਲਾਉਣ ਦੀ ਤੁਸੀਂ ਗੱਲ ਕਰਦੇ ਹੋ, ਪ੍ਰਬੰਧ ਇਦਾਂ ਦੇਖੋ, ਅਸੀਂ ਵੀ ਸਾਡਾ ਵੀ ਕਸੂਰ ਇੱਥੇ। ਅਸੀਂ ਲੋਕ ਇਹਨਾਂ ਲੀਡਰਾਂ ਦੇ ਕੋਲੋਂ ਜਦੋਂ ਇਹ ਸਾਡੇ ਕੋਲ ਆਉਂਦੇ ਨੇ ਅਸੀਂ ਹਸਪਤਾਲ ਮੰਗਦੇ ਹਾਂ, ਅਸੀਂ ਹਸਪਤਾਲ ਮੰਗ ਕੇ ਇਹਦਾ ਮਤਲਬ ਅਸੀਂ ਬਿਮਾਰ ਹੋ ਕੇ ਉਹਨਾਂ ਹਸਪਤਾਲਾਂ ਦੇ ਵਿੱਚ ਜਾਣਾ ਚਾਹੁੰਦੇ। ਸਾਡੀ ਵੀ ਮਾਨਸਿਕਤਾ ਬਦਲਣ ਦੀ ਲੋੜ ਹੈ। ਅਸੀਂ ਵੀ ਉਹਨਾਂ ਦੇ ਕੋਲੋਂ ਹਸਪਤਾਲ ਨਾ ਮੰਗੀਏ, ਇੱਕ ਜੀਣ ਦੇ ਵਾਸਤੇ ਸਾਫ਼ ਸੁਥਰਾ ਵਾਤਾਵਰਨ ਮੰਗੀਏ। ਜੋਗੀ ਜੀ, ਅੱਜ ਜਿਹੜੀਆਂ ਸਾਡੀਆਂ ਫਿਕਰਾਂ ਬਣੀਆਂ ਹੋਈਆਂ, ਅਸੀਂ ਪੋਲੂਸ਼ਨ ਨੂੰ ਲੈ ਕੇ ਵੀ ਫਿਕਰਮੰਦ ਆ, ਪਰ ਇੱਕ ਪੋਲੂਸ਼ਨ ਜਿਹੜਾ ਉਹ ਸਾਡੇ ਮਨਾਂ ਦੇ ਅੰਦਰ ਹੈ, ਜ਼ਿਹਨ ਦੇ ਵਿੱਚ ਵੀ ਹੈ ਜੀ। ਔਰ ਉਹਦੀ ਵਜ੍ਹਾ ਹੈ ਸਾਡੇ ਹੱਥ ਦੇ ਵਿਚਲੀ ਇੱਕ ਸ਼ੈ ਜਿਹਨੇ ਨੋ ਡਾਊਟ ਦੂਰੀਆਂ ਤਾਂ ਮਿਟਾਈਆਂ ਨੇ, ਲੇਕਿਨ ਬਹੁਤ ਜਗ੍ਹਾ ਤੇ ਦੂਰੀਆਂ ਬਣਾ ਵੀ ਦਿੱਤੀਆਂ ਨੇ। ਬਿਲਕੁਲ ਜੀ। ਇੱਕ ਇਦਾਂ ਨਾ ਜਵਾਕ ਆਪਣੇ ਪਿਓ ਨੂੰ ਪੁੱਛਣ ਲੱਗਾ ਜੀ, ਕਹਿੰਦਾ ਬਾਪੂ ਵੀ ਉਹ ਕਿਹੜੀ ਸ਼ੈ ਆ, ਕਿਹੜੀ ਚੀਜ਼ ਆ ਵੀ ਜੇਕਰ ਰੋਟੀ ਮੂਹਰੇ ਪਈ ਹੋਵੇ ਖਾਣ ਨਹੀਂ ਦਿੰਦੀ, ਨੀਂਦ ਆਈ ਹੋਵੇ ਸੌਣ ਨਹੀਂ ਦਿੰਦੀ। ਉਹ ਕਹਿੰਦਾ ਕੰਜਰਾ ਜਿਹੜੀ ਤੇਰੇ ਹੱਥ ਵਿੱਚ ਬੜੀ ਆ ਨਾ ਇਹੀ ਸ਼ੈ ਆ, ਅਲਾਮਤ ਹੈ ਇਹੀ ਨਹੀਂ ਤੈਨੂੰ ਮੂਹਰੇ ਪਈ ਰੋਟੀ ਖਾਣ ਦਿੰਦੀ ਤੇ ਨੀਂਦ ਆਈ ਤੇ ਸੌਣ ਨਹੀਂ ਦਿੰਦੀ। ਔਰ ਸੱਚਮੁੱਚ ਅੱਜ ਜਿਹੜੇ ਸਾਡੇ ਹੱਥਾਂ ਦੇ ਵਿੱਚ ਫੋਨ ਫੜੇ ਹੋਏ ਨੇ, ਜਿੱਥੇ ਬਹੁਤ ਦੁਨੀਆ ਨੂੰ ਨੇੜੇ ਲੈ ਆਂਦਾ, ਉੱਥੇ ਅਸੀਂ ਆਪਣੇ ਤੋਂ ਬਹੁਤ ਦੂਰ ਵੀ ਚਲੇ ਗਏ ਆ। ਨੋ ਡਾਊਟ ਸਾਡੇ ਬਿਜ਼ਨਸ ਨੇ, ਸਾਡੇ ਕੰਮਕਾਰ ਨੇ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦੀਆਂ, ਸਾਨੂੰ ਖਬਰਾਂ ਪਤਾ ਲੱਗਦੀਆਂ ਨੇ। ਅਸੀਂ ਖੁਦ ਵੀ ਫੇਸਬੁੱਕ ਦੇ ਮਾਧਿਅਮ ਦੇ ਨਾਲ, YouTube ਦੇ ਮਾਧਿਅਮ ਦੇ ਨਾਲ ਦਰਸ਼ਕਾਂ ਨਾਲ ਜੁੜੇ ਹੋਏ ਹਾਂ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਇਹਦੀ ਅਸੀਂ ਮਿਸਯੂਜ਼ ਕਰੀਏ, ਇਹਦਾ ਦੁਰਵਰਤੋਂ ਇਹਦੀ ਕਰੀਏ। ਮੈਨੂੰ ਯਾਦ ਆ ਰਿਹਾ ਹੈ ਕਿ ਸਾਡੇ ਸਾਊਥ ਦੇ ਵਿੱਚ ਇੱਕ ਕੁਲੀ ਹੈ ਔਰ ਉਹਨਾਂ ਦਾ ਨਾਮ ਮੈਨੂੰ ਭੁੱਲ ਰਿਹਾ, ਥੋੜਾ ਮਾਫ ਕਰਨਾ, ਲੇਕਿਨ ਉਹ ਕੁਲੀ ਨੇ ਰੇਲਵੇ ਦਾ ਫ੍ਰੀ ਵਾਈਫਾਈ ਯੂਜ਼ ਕਰਕੇ IAS ਦਾ ਐਗਜ਼ਾਮ ਕਲੀਅਰ ਕਰ ਰਹੇ। ਦੇਖੋ, ਸਭ ਤੋਂ ਵੱਡੀ ਗੱਲ ਇਸ ਚੀਜ਼ ਨੂੰ ਵਰਤਣਾ ਆਉਣਾ ਚਾਹੀਦਾ। ਅੱਜ ਜੇਕਰ ਦੇਖਿਆ ਜਾਵੇ ਇਸ ਨੈਟ ਦੇ ਕਰਕੇ, ਮੋਬਾਈਲ ਫੋਨਾਂ ਦੇ ਜ਼ਰੀਏ ਅਸੀਂ ਬਹੁਤ ਵੱਡੇ ਪੱਧਰ ਤੇ ਪੇਪਰ ਬਚਾਉਣ ਲੱਗ ਪਏ। ਬਿਲਕੁਲ। ਜਿਹੜੀਆਂ ਚੀਜ਼ਾਂ ਸਾਨੂੰ ਅਸੀਂ ਪੇਪਰਾਂ ਦੇ ਵਿੱਚੋਂ ਕੱਢਦੇ ਹੁੰਦੇ ਸੀ, ਅੱਜ ਸਾਨੂੰ ਕਿਸੇ ਨੂੰ ਪ੍ਰਿੰਟ ਕੱਢ ਕੇ ਭੇਜਦੇ ਹੁੰਦੇ ਸੀ, ਅੱਜ ਉਹ ਭੇਜਦੇ ਨਹੀਂ, ਅਸੀਂ WhatsApp ਤੇ ਭੇਜਣ ਲੱਗ ਪਏ, ਠੀਕ ਹੈ ਨਾ, PDF ਕਰ ਦਿੰਦੇ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਫਾਇਦਾ ਤਾਂ ਦਿੰਦੀਆਂ, ਪਰ ਅਸੀਂ ਲੋਕ ਕੀ ਆ, ਕਿਉਂਕਿ ਇਹ ਚੀਜ਼ਾਂ ਸਾਡੇ ਲਈ ਬਣੀਆਂ ਪਰ ਅਸੀਂ ਹੁਣ ਇਹਨਾਂ ਦੇ ਲਈ ਬਣ ਗਏ। ਕੋਈ ਸਮਾਂ ਹੁੰਦਾ ਸੀ ਸਾਡੇ ਇਹ ਫੋਨ ਜਿਹੜੇ ਆ ਤਾਰ ਦੇ ਨਾਲ ਵੱਜੇ ਹੁੰਦੇ ਸੀ, ਮੋਟੀਆਂ ਤਾਰਾਂ ਦੀਆਂ ਛੱਲੇ ਜਿਹੇ ਹੁੰਦੇ ਸੀ ਨਾ, ਉਹ ਤਾਰਾਂ ਦੇ ਨਾਲ ਵੱਜੇ ਹੁੰਦੇ ਸੀ, ਅਸੀਂ ਜੁੜੇ ਹੋਏ ਸੀ, ਅਸੀਂ ਖੁੱਲੇ ਸੀਗੇ। ਅੱਜ ਕੀ ਹੋਇਆ, ਉਹ ਤਾਰਾਂ ਦੇ ਨਾਲੋਂ ਫੋਨ ਖੁੱਲ ਗਏ, ਅਸੀਂ ਵੱਜ ਗਏ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਸਾਡਾ ਹਮੇਸ਼ਾ ਅਸੀਂ ਇਸਤੇਮਾਲ ਨਹੀਂ ਕਰਦੇ, ਅਸੀਂ ਦੁਰਉਪਯੋਗ ਕਰਦੇ ਹਾਂ। ਪ੍ਰਯੋਗ ਦੇ ਵਿੱਚ ਚੀਜ਼ਾਂ ਲਿਆਉਣੀਆਂ ਚਾਹੀਦੀਆਂ, ਦੁਰਉਪਯੋਗ ਜਦੋਂ ਹੁੰਦਾ ਹੈ ਉਸ ਵੇਲੇ ਸਾਡੇ ਘਰਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਬਹੁਤ ਕੁਝ ਹੋ ਰਿਹਾ। ਇਸ ਵੇਲੇ ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ ਘਰ ਦੇ ਵਿੱਚ ਕੋਈ ਖਿੱਟ-ਪਿੱਟ ਹੋਣੀ, ਕੁੜੀ ਨੂੰ ਗੁੱਸਾ ਚੜਨਾ, ਉਹਨੇ ਕਹਿਣਾ ਕੋਈ ਗੱਲ ਨਹੀਂ ਵੀ ਸਵੇਰੇ ਮੈਂ ਚੱਕਦੀਆਂ ਝੋਲਾ ਬੂਟੀਆਂ ਵਾਲਾ ਜਾਨੀ ਆਪਣੇ ਪੇਕਿਆਂ ਨੂੰ ਲੈ ਕੇ ਆਉਣੀ ਆ ਤੇ ਫਿਰ ਇਹ ਸਾਰੇ ਟੱਬਰ ਦੀ ਮੈਂ ਭੂਤਨੀ ਭਲਾਉਣੀ। ਸਵੇਰ ਜਦੋਂ ਚੜ੍ਹਨੀ ਉਹਦਾ ਗੁੱਸਾ ਵੀ ਠੰਡਾ ਹੋਣਾ, ਕਹਿਣਾ ਦਫਾ ਕਰ, ਇੱਥੇ ਹੀ ਰਹਿਣਾ ਸਾਰੀ ਉਮਰ, ਇੱਥੇ ਹੀ ਕੱਟਣੀ ਆ। ਨਾਲ ਪਿਓ ਨੇ ਵੀ ਕਹਿ ਕੇ ਤੋਰਿਆ ਸੀ ਵੀ ਹੁਣ ਤੇਰਾ ਘਰ ਉਹੀ ਆ। ਚਲੋ ਘਰਾਂ ਦੇ ਵਿੱਚ 100 ਗੱਲਾਂ ਹੁੰਦੀਆਂ, ਪਰ ਅੱਜ ਕੱਲ੍ਹ ਦੇ ਸਮੇਂ ਦੇ ਸੱਸ ਦੀ ਜ਼ੁਬਾਨ ਤੋਂ ਹਲੇ ਗੱਲ ਨਿਕਲਦੀ ਬਾਅਦ 'ਚ ਆ, ਪੇਕੀ ਪਹਿਲਾਂ ਪਹੁੰਚ ਜਾਂਦੀ, ਠੀਕ ਹੈ ਨਾ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਮੋਬਾਈਲ ਨੇ ਸਾਡੇ ਘਰਾਂ ਦੇ ਵਿੱਚ ਫਸਾਦ ਖੜੇ ਕਰ ਦਿੱਤੇ। ਕੁੜੀਆਂ ਮੁੰਡੇ ਮੋਬਾਈਲ ਫੋਨ ਦੇ ਕੀ ਕਰਦੇ ਫਿਰਦੇ ਆ, ਇਹ ਸਾਰਿਆਂ ਨੂੰ ਪਤਾ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਮੋਬਾਈਲ ਫੋਨ ਨਾ ਦਿਓ ਵੀ ਸਾਰੇ ਹੀ ਮਾੜੇ ਨੇ, ਨਹੀਂ। ਬਹੁਤ ਸਾਰੇ ਲੋਕ ਇਸ ਫੋਨ ਦੇ ਜ਼ਰੀਏ,
ਇਸ ਨੈੱਟ ਦੇ ਜ਼ਰੀਏ, ਇਸ ਸਹੂਲਤ ਦੇ ਜ਼ਰੀਏ ਬਹੁਤ ਅੱਗੇ ਵਧ ਗਏ। ਜਿਵੇਂ ਤੁਸੀਂ IAS ਦੱਸਿਆ ਕਿ IAS ਬਣੇ ਨੇ, ਇਸੇ ਤਰ੍ਹਾਂ ਹੀ ਇੱਕ ਕੁੜੀ ਨੇ ਇਸੇ ਫੋਨ ਦੇ ਜ਼ਰੀਏ ਆਪਣਾ ਭਾਰ ਕਿੰਨਾ ਘਟਾ ਲਿਆ। ਬਿਲਕੁਲ, ਉਹਨੇ 3 ਮਹੀਨੇ ਫੋਨ ਛੱਡਿਆ ਤੇ ਉਸ ਤੋਂ ਬਾਅਦ ਉਹਦਾ ਭਾਰ ਬਹੁਤ ਹੀ ਜ਼ਿਆਦਾ ਘਟ ਗਿਆ। ਹਾਂ, ਤੇ ਬਹੁਤ ਸਾਰੇ ਲੋਕਾਂ ਨੇ ਇਹਦੇ ਜ਼ਰੀਏ ਜਦੋਂ ਲੋਕਡਾਊਨ ਸੀਗਾ ਆਪਣੇ ਕੰਮ ਕੀਤੇ ਨੇ ਘਰਾਂ ਦੇ ਵਿੱਚੋਂ ਬੈਠ ਕੇ। ਪਰ ਗੱਲ ਇਹ ਆ ਨਾ ਕਿ ਇਹਨੂੰ ਵਰਤਣ ਦਾ ਸਾਨੂੰ ਤਰੀਕਾ ਸਲੀਕਾ ਹੋਣਾ ਚਾਹੀਦਾ ਹੈ, ਔਰ ਇਹਨੂੰ ਵਰਤਦਿਆਂ ਅਸੀਂ ਆਪਣੇ ਰਿਸ਼ਤਿਆਂ ਨੂੰ ਵਰਤਣ ਲੱਗ ਪਏ ਆ, ਔਰ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਅਸੀਂ ਝੂਠ ਬੋਲਣਾ ਵੀ ਸਿੱਖ ਗਏ। ਜਿਵੇਂ ਕਿ ਹੁਣ ਮੈਨੂੰ ਇੱਕ ਕਹਾਣੀ ਯਾਦ ਆ ਰਹੀ ਹੈ। ਕੋਈ ਬੰਦਾ ਸੀ, ਉਹਦੀ ਘਰਵਾਲੀ ਦਾ ਫੋਨ ਆ ਗਿਆ ਤੇ ਕਹਿੰਦੀ ਹਾਂਜੀ ਕਿੱਥੇ ਹੋ? ਕਹਿੰਦਾ ਬੈਂਕਿਆਂ ਦੱਸ। ਕਹਿੰਦੀ ਇਦਾਂ ਕਰਿਓ ਫਿਰ 8000 ਰੁਪਇਆ ਮੈਨੂੰ ਚਾਹੀਦਾ, ਉਹ ਲੈ ਕੇ ਆਇਓ, ਤੇ ਨਾਲੇ ਮੇਰੇ ਫੋਨ ਦੇ ਵਿੱਚ ਵੀ ਪੈਸੇ ਹੈ ਨਹੀਂਗੇ, ਉਹ ਰੀਚਾਰਜ ਵੀ ਕਰਵਾ ਦਿਓ, ਤੇ ਹੋਰ ਬਾਕੀ ਤੁਸੀਂ ਘਰ ਆ ਜਾਓ ਫਟਾਫਟ। ਉਹ ਕਹਿੰਦਾ ਗੱਲ ਤਾਂ ਸੁਣ ਲੈ, ਬੈਂਕ ਸੁਣ ਕੇ ਫਟਾਫਟ ਚੱਲ ਪਈਆਂ ਡਾਕ ਗੱਡੀ ਵਾਂਗੂ। ਤੂੰ ਮੈਨੂੰ ਸੁਣ ਤਾਂ ਲੈ ਵੀ ਕਿਹੜੀ ਬੈਂਕ 'ਚ ਆ? ਬਲੱਡ ਬੈਂਕ 'ਚ ਆ, ਖੂਨ ਪੀਣਾ ਤਾਂ ਲੈ ਆਵਾਂ ਇੱਕ ਥੈਲੀ। ਇਸੇ ਫੋਨ ਦੇ ਵਿੱਚ ਬਹੁਤ ਸਾਰੇ ਸੋਸ਼ਲ ਮੀਡੀਆ ਵਾਲੇ ਐਪਸ ਵੀ ਨੇ, ਬਹੁਤ ਸਾਰੇ ਲੋਕ ਉਹਨਾਂ ਨੂੰ ਯੂਜ਼ ਵੀ ਕਰਦੇ। ਟਵਿੱਟਰ ਹੈ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ। ਬਹੁਤ ਸਾਰੇ ਲੋਕਾਂ ਦੇ ਨਾਲ ਅਸੀਂ ਦੂਰੋਂ ਨੇੜਿਓਂ ਜੁੜੇ ਵੀ ਹੋਏ ਹਾਂ। ਬਹੁਤ ਸਾਰੇ ਲੋਕ ਸਾਨੂੰ ਮਿਲਦੇ ਵੀ ਨੇ, ਬਹੁਤ ਸਾਰੇ ਲੋਕ ਬਲੌਕ ਵੀ ਕਰ ਜਾਂਦੇ ਨੇ। ਮੈਂ ਤਾਂ ਆਪ ਕਰ ਦਿੰਦਾ ਉਹਨਾਂ ਕਈਆਂ ਨੂੰ, ਕਈਆਂ ਨੇ ਮੈਨੂੰ ਕੀਤਾ ਹੋਇਆ। ਹਾਂ ਬਿਲਕੁਲ। ਪਰ ਦੇਖਿਆ ਜਾਵੇ ਜੋਗੀ ਜੀ, ਇਹੀ ਜਿਹੜੀ ਫੇਸਬੁੱਕ ਹੈ ਨਾ, ਇਹਦੇ ਤੋਂ ਅੱਕੇ ਹੋਏ ਇੱਕ ਬੰਦੇ ਨੇ, ਉਹ ਇੰਡੋ ਅਮਰੀਕਨ ਇੱਕ ਬਿਜ਼ਨਸਮੈਨ ਹੈ, ਵਾਹਵਾ ਕਮਾਉਂਦਾ ਅਗਲਾ। ਅੱਛਾ। ਤੇ ਫੇਸਬੁੱਕ ਦੀ ਬੜੀ ਲੱਤ ਲੱਗੀ ਉਹਨੂੰ। ਉਹਨੇ ਹਾਰ ਕੇ ਇੱਕ ਅਸਿਸਟੈਂਟ ਰੱਖ ਲਈ ਕਿ ਜਿਸ ਵੇਲੇ ਵੀ ਮੈਨੂੰ ਇਹ ਬੜੀ ਮਾੜੀ ਲੱਤ ਲੱਗੀ ਹੋਈ ਹੈ ਫੇਸਬੁੱਕ ਦੀ, ਲੋਕਾਂ ਨੂੰ ਸਿਗਰਟ ਦੀ, ਸ਼ਰਾਬ ਦੀ ਹੁੰਦੀ ਹੈ, ਵੀ ਜਦੋਂ ਵੀ ਮੈਂ ਫੇਸਬੁੱਕ ਖੋਲਣ ਲੱਗਾ ਤੂੰ ਮੇਰੇ ਥੱਪੜ ਮਾਰਨਾ ਜ਼ੋਰ ਦੀ। ਅੱਛਾ। ਉਹਦੇ ਬਕਾਇਦਾ ਉਹਨੂੰ ਪੈਸੇ ਮਿਲਦੇ, ਡਾਲਰ ਮਿਲਦੇ ਅਗਲੀ ਨੂੰ। ਕੀ ਬਾਤ ਹੈ ਜੀ, ਦੇਖ ਲਓ ਜੇ ਇਦਾਂ ਦੀ ਤਨਖਾਹ ਤੇ ਮੈਨੂੰ ਰੱਖਣਾ ਤਾਂ ਮੈਂ ਤੁਹਾਨੂੰ ਵੀ ਬਹੁਤ ਆ, ਤੁਸੀਂ ਵੀ ਹਮੇਸ਼ਾ ਫੋਨ ਦੇ ਉੱਤੇ। ਜਦੋਂ ਸੱਚੀ ਗੱਲ ਹੈ, ਮੈਂ ਤਾਂ ਇਹ ਕਹਿੰਦਾ ਕਿ ਜਦੋਂ ਤੁਸੀਂ ਘਰ ਦੇ ਵਿੱਚ ਵੜਦੇ ਹੋ ਜੀ, ਇੱਕ ਐਸਾ ਕਾਰਨਰ ਹੋਣਾ ਚਾਹੀਦਾ ਜਿੱਦਾਂ ਆਪਾਂ ਆਪਣੀਆਂ ਸ਼ੂਜ਼ ਰੈਕ ਦੇ ਵਿੱਚ ਰੱਖਦੇ ਨੇ ਨਾ ਘਰ ਵੜਨ ਦੇ ਵੇਲੇ, ਇੱਕ ਰੈਕ ਐਸਾ ਹੋਣਾ ਚਾਹੀਦਾ ਕਿ ਜਿੱਥੇ ਅਸੀਂ ਮੋਬਾਈਲ ਰੱਖ ਦਈਏ। ਕਈ ਰੈਸਟੋਰੈਂਟ ਇਦਾਂ ਦੇ ਨੇ ਜਿੱਥੇ ਉਹਨਾਂ ਨੇ ਬਕਾਇਦਾ ਕਿਹਾ ਹੋਇਆ ਹੈ ਕਿ ਤੁਹਾਨੂੰ ਅਸੀਂ ਡਿਨਰ ਵੀ ਫ੍ਰੀ ਕਰਾਵਾਂਗੇ, ਸ਼ਰਤ ਸਿਰਫ ਇੰਨੀ ਹੈ ਕਿ ਫੈਮਿਲੀ ਦੇ ਨਾਲ ਆਉਣਾ ਹੈ ਤੇ ਮੋਬਾਈਲ ਫੋਨ ਜਿਹੜੇ ਉਹ ਸ਼ਿਕੰਜੇ ਦੇ ਵਿੱਚ ਬੰਦ ਕਰ ਦੇਣੇ। ਦੇਖੋ ਸੱਚੀ ਸਾਡੇ ਕੋਲ ਫ੍ਰੀ ਖਾਣਾ ਖਾਓ ਤੁਸੀਂ। ਹਾਂ, ਜੇਕਰ ਅੱਜ ਅਸੀਂ ਸ਼ਿਕੰਜੇ ਦੇ ਵਿੱਚ ਆਪਣੇ ਮੋਬਾਈਲ ਫੋਨ ਰੱਖ ਦਵਾਂਗੇ ਤੇ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਆਜ਼ਾਦੀ ਦੇ ਨਾਲ ਵਿਚਰ ਸਕਾਂਗੇ, ਨਹੀਂ ਤਾਂ ਸਾਡੀ ਆਜ਼ਾਦੀ ਜਿਹੜੀ ਇਹਨਾਂ ਫੋਨਾਂ ਨੇ ਖੋਹ ਲਈ ਹੈ। ਬਿਲਕੁਲ ਇਦਾਂ ਹੁੰਦਾ ਜੋਗੀ ਜੀ, ਤੁਸੀਂ ਦੋ ਜਾਣੇ ਕੋਲ ਬੈਠੇ ਹੋਏ ਆ ਪਰ ਇੱਕ ਦਾ ਧਿਆਨ ਫੋਨ ਦੇ ਵਿੱਚ ਹੈ, ਦੂਜਾ ਬੜਾ ਨੈਗਲੈਕਟਡ ਜਿਹਾ ਮਹਿਸੂਸ ਕਰਦਾ ਹੈ। ਔਰ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਾਂ, ਜਦੋਂ ਇਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ, ਜਦੋਂ ਬੰਦਾ ਤੁਹਾਨੂੰ ਕੋਈ ਇਗਨੋਰ ਕਰਨਾ ਚਾਹੁੰਦਾ ਹੈ ਜਾਂ ਉਹਦੇ ਕੋਲ ਵਕਤ ਨਹੀਂ ਹੈਗਾ, ਕੀ ਹੋਏਗਾ? ਉਹ ਜਾਂ ਆਪਣਾ ਫੋਨ ਦੇਖੇਗਾ ਵਾਰ-ਵਾਰ। ਇਹ ਸਾਰਿਆਂ ਨੂੰ ਦੱਸਣਾ ਚਾਹੁੰਦਾ ਮੈਂ, ਦਰਸ਼ਕਾਂ ਨੂੰ। ਜਦੋਂ ਤੁਸੀਂ ਕਿਸੇ ਦੇ ਕੋਲ ਬੈਠੇ ਆ, ਅਗਲਾ ਤੁਹਾਡੇ ਕੋਲ ਪਿੱਛਾ ਛੁਡਾਉਣਾ ਚਾਹੁੰਦਾ ਜਾਂ ਉਹਨੂੰ ਕੋਈ ਕੰਮ ਆ, ਤੁਸੀਂ ਅਚਾਨਕ ਉਹਦੇ ਕੋਲ ਚੱਲ ਗਏ। ਜਦੋਂ ਅਗਲਾ ਵਾਰ-ਵਾਰ ਫੋਨ ਦੇਖਦਾ ਜਾਂ ਵਾਰ-ਵਾਰ ਘੜੀ ਵੱਲ ਦੇਖਦਾ ਤੇ ਜਾਂ ਫਿਰ ਕੋਈ ਐਸੀ ਹਰਕਤ ਕਰਦਾ ਕਿ ਵਾਰ-ਵਾਰ ਉੱਠਦਾ ਬੈਠਦਾ, ਪਾਸਾ ਪਲਟਦਾ, ਤਾਂ ਉਸ ਵੇਲੇ ਸਮਝ ਲੈਣਾ ਚਾਹੀਦਾ ਕਿ ਹੁਣ ਤੁਹਾਨੂੰ ਉੱਥੋਂ ਉੱਠ ਕੇ ਚੱਲਣਾ ਚਾਹੀਦਾ। ਇਹ ਬਾਡੀ ਲੈਂਗੁਏਜ। ਹਾਂ, ਇਹ ਬਾਡੀ ਲੈਂਗੁਏਜ ਹੈ। ਔਰ ਜਿੱਦਾਂ ਮੈਂ ਵੀ ਹੁਣ ਇਹ ਸੋਚਦਾ ਕਿ ਹੁਣ ਤੁਹਾਨੂੰ ਵੀ ਗੱਲ ਬਦਲ ਲੈਣੀ ਚਾਹੀਦੀ ਹੈ। ਗੱਲ ਬਦਲ ਕੇ ਜਿਹੜੀ ਗੱਲ ਮੈਂ ਕਰਨ ਵਾਲੀ ਆ, ਉਹ ਗੱਲ ਦੀ ਸਮਝ ਮੈਨੂੰ ਵੀ ਨਹੀਂ ਆਈ, ਸ਼ਾਇਦ ਤੁਹਾਨੂੰ ਆ ਜਾਵੇ। ਨਹੀਂ, ਤੈਨੂੰ ਤਾਂ ਨਹੀਂ ਹੋਣੀ। ਹੋਇਆ ਇਹ ਹੈ ਕਿ BJP ਦੇ ਆਗੂ ਜਿਹੜੇ ਨੇ ਉਹ ਗਏ ਨੇ, ਰਾਸ਼ਟਰਪਤੀ ਸਾਹਿਬ ਨੂੰ ਮਿਲੇ ਨੇ, ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਨੇ, ਗ੍ਰਹਿ ਮੰਤਰੀ ਹੋਰਾਂ ਨੂੰ ਮਿਲੇ ਨੇ, ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਕੀਤੀ ਗਈ ਹੈ ਜੀ। ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਕੀਤੀ ਹੈ ਜੀ। ਕਹਿਣ ਦਾ ਮਤਲਬ ਇਹ ਹੈ ਕਿ ਆਪ ਦੀ ਸਰਕਾਰ ਆ, ਆਪ ਹੀ ਲਾਂਘਾ ਬੰਦ ਕੀਤਾ। ਠੀਕ ਹੈ ਜੀ। ਉਧਰੋਂ ਤਾਂ ਖੁੱਲਾ ਹੋਇਆ, ਉਧਰੋਂ ਤੇ ਉਹ ਕਹਿੰਦੇ ਜਦੋਂ ਮਰਜੀ ਤੁਸੀਂ ਜਿੱਦਾਂ ਮਰਜੀ ਆ ਜੀ। ਹੁਣ ਇੱਥੇ ਤੁਹਾਨੂੰ ਸਮਝ ਆ ਜਾਣੀ ਹੁਣ ਨਿੱਕੀ ਜੀ ਗੱਲ ਦੀ, ਵਿਆਹ ਹੁੰਦੇ ਨਾ ਜੀ, ਵਿਆਹਾਂ ਦੇ ਵਿੱਚ ਤੁਹਾਡੇ ਵੀ ਆਪਣੇ ਤੁਸੀਂ ਵੀ ਵਿਆਹ ਕੀਤੇ ਹੋਣਗੇ, ਖਾਸ ਤੇ ਕਿਸੇ ਖਾਸ ਦੇ ਵਿਆਹ ਦੇ ਵਿੱਚ ਤੁਸੀਂ ਗਏ ਵੀ ਹੋਵੋਗੇ ਜੀ, ਜਿਨ੍ਹਾਂ ਦੇ ਤੁਸੀਂ ਖਾਸ ਹੁੰਦੇ ਹੋ। ਮੰਨ ਲਓ ਤੁਹਾਡੇ ਪੇਕਿਆਂ ਦੇ ਵਿੱਚ ਵਿਆਹ ਆ, ਮਾਂ ਨੇ ਤੁਹਾਡੀ ਨੇ ਤੁਹਾਡੇ ਵਾਸਤੇ ਨਾ ਸੋਹਣਾ ਜਿਹਾ ਸੂਟ ਚੱਕਣਾ। ਬਿਲਕੁਲ ਚੱਕਣਾ ਨਹੀਂ, ਕਹਿਣਾ ਵੀ ਲੈ ਕੁੜੀ ਆ ਬਈ, ਕੁੜੀ ਦਾ ਮਾਣ ਤਾਣ ਬਣਦਾ ਹੈ, ਇਹਨੂੰ ਵਧੀਆ ਸੂਟ ਦੇਣਾ ਜੀ। ਤੇ ਜਿਹੜੇ ਦੂਸਰੇ ਹੁੰਦੇ ਨੇ, ਕੋਈ ਮੇਰੇ ਵਰਗੇ ਕੋਈ ਦੂਰੋਂ ਨੇੜਿਓਂ, ਉਹਨਾਂ ਦੇ ਵਾਸਤੇ ਕਹਿੰਦੇ ਲੈਣ ਦੇਣ ਵਾਲੇ ਕੋਈ, ਅਗਲਾ ਪਾਵੇ ਹੰਡਾਵੇ ਨਾ, ਭਾਵੇਂ ਉਹੀ ਗਾਂ ਲੈਣ ਦੇਣ ਚ ਤੋੜ ਦੇਵੇ। ਪਰ ਹੁਣ ਜਿੱਦਾਂ ਇਹ BJP ਵਾਲੀ ਜਿਹੜੀ ਕੁੜੀ ਆ, ਇਹ ਪੇਕਿਆਂ ਦੀ ਆ, ਇਹ ਜਿਹੜੇ ਪੰਜਾਬ ਤੋਂ ਗਏ ਨੇ, ਇਹਨਾਂ ਦੇ ਵਾਸਤੇ ਸੂਟ ਉਹਨਾਂ ਨੇ ਵਧੀਆ ਹੀ ਰੱਖਿਆ। ਉਹਨਾਂ ਨੂੰ ਤਾਂ ਮਨ ਚਾਹਿਆ ਥਾਨ ਮਿਲਣਾ ਹੀ ਮਿਲਣਾ। ਉਹਨਾਂ ਨੇ ਤਾਂ ਕਹਿਣਾ, ਉਹਨਾਂ ਨੇ ਖੋਲ ਦੇਣਾ। ਬੱਲੇ ਬੱਲੇ ਕਰਾਉਣ ਨੂੰ ਵੀ ਖੌਰੇ ਇਹਨਾਂ ਦੇ ਕਰਕੇ ਬੰਦ ਸੀ। ਲੋਕਾਂ ਨੂੰ ਮੂਰਖ ਨਾ ਬਣਾਓ।
ਤੁਸੀਂ ਸਿੱਧੇ ਸਿੱਧੇ ਜਿਹੜੇ ਹੋਰ ਮੁੱਦੇ ਨੇ ਉਹਨਾਂ ਤੇ ਵੀ ਆਓ। ਹੁਣ ਜੇ ਗਏ ਸੀਗੇ, ਪ੍ਰਧਾਨ ਮੰਤਰੀ ਨੂੰ ਮਿਲੇ ਆ, ਤੁਸੀਂ ਗ੍ਰਹਿ ਮੰਤਰੀ ਨੂੰ ਮਿਲੇ ਆ, ਤੁਸੀਂ ਰਾਸ਼ਟਰਪਤੀ ਨੂੰ ਮਿਲੇ ਆ, ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖਲਾਉਣ ਦੀ ਗੱਲ ਕੀਤੀ ਹੈ, ਤੇ ਜਿਹੜੇ ਕਿਸਾਨ ਵਿਚਾਰੇ ਸਾਲ ਭਰ ਉੱਥੇ ਬੈਠੇ ਨੇ, ਇੰਨੇ ਸ਼ਹੀਦ ਹੋ ਗਏ ਨੇ, ਓਏ ਉਹਨਾਂ ਦੀ ਕਿਸਮਤ ਦਾ ਲਾਂਘਾ ਵੀ ਖਲਵਾ ਕੇ ਮੁੜਦੇ। ਜਦੋਂ ਗਏ ਨੇ ਮਿਲਣ ਵਾਸਤੇ ਤੇ ਨਾਲ ਲੱਗਦਿਆਂ ਜਿਹੜੇ ਰਾਸ਼ਟਰੀ ਪ੍ਰਧਾਨ JP ਨੱਡਾ ਹੋਰੀ ਨੇ ਜੀ, ਉਹਨਾਂ ਨੂੰ ਵੀ ਮਿਲੇ ਨੇ। ਹੌਸਲੇ ਦੇ ਨਾਲ ਲੜਾਂਗੇ ਕਹਿੰਦੇ ਚੋਣ ਐਤਕੀ। ਹੌਸਲੇ ਦੇ ਨਾਲ ਹੀ ਲੜਨੀ ਪੈਣੀ ਆ। ਕਿਉਂ? ਕਿਉਂਕਿ ਕੈਂਡੀਡੇਟ ਇਹਨਾਂ ਨੂੰ ਲੱਭਣੇ ਨਹੀਂ ਤੇ ਹੌਸਲਾ ਹੀ ਰੱਖਣਾ ਪੈਣਾ ਜੀ। ਹੋ ਸਕਦਾ ਬਾਅਦ ਵਿੱਚ ਮਸ਼ੀਨਾਂ ਦੇ ਵਿੱਚੋਂ ਵੀ ਨਾ ਕੁਝ ਲੱਭੇ, ਹੌਸਲਾ ਹੀ ਨਿਕਲੇ ਕਿਉਂਕਿ ਹੌਸਲਾ ਹੀ ਹੁੰਦਾ ਬੰਦੇ ਦਾ ਵੀ ਜਿਹੜਾ ਅੱਗੇ ਰੱਖਦਾ ਤੇ ਅੱਗੇ ਤੋਰਦਾ, ਕਿਤੇ ਉਹ ਨਾ ਹੋਵੇ ਵੀ ਜੋ ਇਹਨਾਂ ਨਾਲ ਇੱਕ ਕੈਂਡੀਡੇਟ ਨੂੰ ਇੱਕੋ ਹੀ ਵੋਟ ਪਈ ਆ, ਬਹੁਤਿਆਂ ਨਾਲ ਕਿਤੇ ਇਦਾਂ ਵੀ ਨਾ ਹੋ ਜਾਵੇ। ਕਹਿਣ ਦਾ ਮਤਲਬ ਇਹ ਹੈ ਕਿ ਜੋ ਇਸ ਵੇਲੇ BJP ਦੇ ਹਾਲਾਤ ਨੇ, ਇਹਨਾਂ ਨੂੰ ਬਹੁਤ ਵੱਡੇ ਹੌਸਲੇ ਦੀ ਲੋੜ ਹੈ, ਔਰ ਇਹ ਹੌਸਲੇ ਦੇ ਨਾਲ ਹੀ ਤੁਰੇ ਫਿਰਦੇ ਨੇ। ਹੌਸਲਾ, ਹਿੰਮਤ ਇਹਨਾਂ ਨੂੰ ਗਰੇਵਾਲ ਸਾਹਿਬ ਵਰਗੀ ਚਾਹੀਦੀ ਹੈ, ਜਿਹੜੇ ਅੱਜ ਵੀ ਕਹਿੰਦੇ ਨੇ ਕਿ ਅਸੀਂ 117 ਸੀਟਾਂ ਦੇ ਵਿੱਚੋਂ ਚੰਗੀਆਂ ਸੀਟਾਂ ਜਿੱਤ ਕੇ ਸਰਕਾਰ ਬਣਾਵਾਂਗੇ। ਇਹ ਹੁੰਦਾ ਹੌਸਲਾ। ਬਿਲਕੁਲ। ਉਧਰ ਰਾਜਾ ਵੜਿੰਗ ਵੀ 80 ਸੀਟਾਂ ਤੱਕ ਦੀ ਗੱਲ ਕਰੀ ਬੈਠੇ ਨੇ, ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਤੇ CM ਚੰਨੀ ਹੋਰਾਂ ਦੀ ਅਗਵਾਈ ਦੇ ਵਿੱਚ ਅਸੀਂ 80 ਕੁ ਸੀਟਾਂ ਤੇ ਲੈ ਜਾਵਾਂਗੇ। ਲਓ ਜੀ, ਬਹੁਤ ਚੰਗੀ ਗੱਲ ਹੈ। ਕੋਈ ਧੜੇਬੰਦੀ ਨਹੀਂ ਹੈ ਕਾਂਗਰਸ ਦੇ ਵਿੱਚ। ਦੇਖੋ, ਗੱਲ ਹੈ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਕੋਈ ਧੜੇਬੰਦੀ ਨਹੀਂ ਹੈਗੀ ਨਾ। ਗੱਲ ਇਹ ਹੈ ਕਿ ਮਾਨਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਤੁਸੀਂ ਬਣੇ ਹੋ ਨਵੇਂ ਟਰਾਂਸਪੋਰਟ ਮੰਤਰੀ, ਠੀਕ ਹੈ ਜੀ, ਔਰ 80 ਸੀਟਾਂ ਜਿਹੜੀ ਗੱਲ ਕਰਦੇ ਆ ਉਹ ਤੇ ਇਕੱਠੇ ਹੋ ਕੇ ਤੁਹਾਡੀ 57 ਸੀਟਾਂ ਵਾਲੀ ਬੱਸ 'ਚ ਨਹੀਂ ਬੈਠ ਸਕਦੇ। ਜੋ ਹਾਲਾਤ ਬਣੇ ਹੋਏ ਨੇ, ਕਿਸੇ ਦਾ ਮੂੰਹ ਇਸ ਪਾਸੇ, ਕਿਸੇ ਦਾ ਮੂੰਹ ਆਸ ਪਾਸੇ, ਜਿਵੇਂ ਇਹ ਕਹਿੰਦੇ ਨੇ ਕਿ ਧੜੇਬੰਦੀ ਹੈ ਨਹੀਂ ਕੋਈ, ਵੀ ਅਸੀਂ ਸਾਰੇ ਇੱਕੋ ਹੀ ਆ। ਇੱਕ ਹੋਵੋਗੇ ਪਰ ਹੈ ਤੁਸੀਂ ਸੰਤਰੇ ਵਰਗੇ ਆ, ਉੱਪਰੋਂ ਦੇਖਣ ਨੂੰ ਇੱਕ ਹੈ ਤੇ ਅੰਦਰੋਂ ਫਾੜੀਆਂ ਜੀ। ਇਹ ਜਿਹੜੇ ਕਹਿੰਦੇ ਨੇ ਕਿ ਅਸੀਂ 80 ਸੀਟਾਂ ਜਿੱਤਾਂਗੇ। ਹੁਣ ਦੇਖੋ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਤਾ ਨਹੀਂ ਸਿਆਸਤ ਕਿਸ ਰੁੱਖ ਪਲਟਾ ਮਾਰ ਜਵੇ, ਪਰ ਹਾਲੇ ਜਿਹੜੀ ਆ ਉਧਰ ਜ਼ੋਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਾਰਨਾ, ਜ਼ੋਰ ਹੋਰ ਵੀ ਕਈਆਂ ਨੇ ਮਾਰਨਾ, ਔਰ ਸਿੱਧੂ ਸਾਹਿਬ ਕਿੱਧਰ ਨੂੰ ਜ਼ੋਰ ਮਾਰਦੇ ਆ ਇਹ ਤਾਂ ਪਤਾ ਨਹੀਂ ਨਾ। ਇੱਕ ਵਾਰੀ ਨਾ ਕੀ ਸਾਡੀ ਮੱਝ ਫਸ ਗਈ, ਅੱਛਾ, ਜਿੱਦਾਂ ਮੀਂਹ ਪੈ ਕੇ ਹਟਿਆ ਤੇ ਉਹ ਦੌੜੀ, ਕਿਸੇ ਨੇ ਭਰਤੀ ਪਾਈ ਹੋਈ ਸੀਗੀ, ਅੱਛਾ, ਭਰਤੀ ਪਾਈ ਹੋਈ ਸੀ ਤੇ ਉਹ ਮੱਝ ਉਧਰ ਗਈ ਤੇ ਉਹ ਉੱਥੇ ਇੱਕ ਨਾਲ ਦੀ ਕੰਧ ਸੀ, ਉਹ ਮੱਝ ਉਹਦੇ ਵਿੱਚ ਫਸ ਗਈ। ਅੱਛਾ, ਅਸੀਂ ਬੜਾ ਜ਼ੋਰ ਲਾਇਆ ਕਿ ਭਾਈ ਇਹ ਕਿਸੇ ਤਰ੍ਹਾਂ ਬਾਹਰ ਨਿਕਲੇ, ਹਾਂ ਕੱਢਣੀ ਤੇ ਪੈਣੀ ਸੀ ਹਨਾ। ਤੇ ਦੂਸਰਾ ਉੱਪਰੋਂ ਸਭ ਤੋਂ ਵੱਡਾ ਖਤਰਾ ਇਹ ਸੀ ਕਿ ਮੱਝ ਸੂਣ ਵਾਲੀ ਸੀ। ਲਓ ਜੀ, ਅਸੀਂ ਕਰਦੇ ਕਰਾਉਂਦਿਆਂ ਨੇ ਮੱਝ ਨੂੰ ਜ਼ੋਰ ਲਵਾਇਆ, ਮੱਝ ਨੇ ਜਦੋਂ ਉੱਠੀ ਉਹ ਕੰਧ ਸੁੱਟ ਦਿੱਤੀ ਗਵਾਂਢੀਆਂ ਦੀ। ਅੱਛਾ, ਮੱਝ ਨਿਕਲ ਗਈ। ਹੁਣ ਇਦਾਂ ਹੀ ਹਾਲਾਤ ਕਾਂਗਰਸ ਪਾਰਟੀ ਵਾਲੇ ਬਣੇ, ਵੋਟਾਂ ਦਾ ਜਿਹੜਾ ਕਿ ਇਸ ਵੇਲੇ ਮਾਹੌਲ ਬਣਿਆ ਹੋਇਆ, ਠੀਕ ਹੈ ਜੀ। ਹੁਣ ਇਹ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਹੁਣ ਕੀ ਕਹਿੰਦੇ ਹੁੰਦੇ ਆ, ਆਈਆਂ ਹੋਈਆਂ ਨੇ ਵੱਤ ਦੇ ਉੱਪਰ ਕਿ ਹੁਣ ਇਹਨਾਂ ਨੇ ਸਰਕਾਰ ਦੇਣੀ ਹੈ, ਠੀਕ ਹੈ, ਸੂਣ ਵਾਲੀਆਂ ਨੇ। ਪਰ ਹੁਣ ਜੇਕਰ ਉਹਨਾਂ ਨੇ ਆਪਣੀ ਕੰਧ ਢਾ ਲਈ ਤਾਂ ਫਿਰ ਕਿੱਧਰ ਨੂੰ ਜਾਓਗੇ? ਇਹ ਤਾਂ ਲੈਣੇ ਦੇ ਦੇਣੇ ਪੈ ਗਏ ਨਾ। ਬਿਲਕੁਲ, ਕੰਧ ਢਾਣ ਵਾਲੀ ਗੱਲ ਸੁਪਰ CM ਸਿੱਧੂ ਜਿਹੜੇ ਉਹਨਾਂ ਨੇ ਵੀ ਕੀਤੀ। ਸਭ ਤੋਂ ਪਹਿਲਾਂ ਤਾਂ ਨਾ ਮੇਰੇ ਮੂੰਹੋਂ ਸੁਪਰ CM ਨਹੀਂ ਨਿਕਲਦਾ, ਪਰ ਲੋਕਾਂ ਨੇ ਉਹਨਾਂ ਨੂੰ ਇੱਕ ਨਵਾਂ ਨਾਮ ਦਿੱਤਾ ਹੈ, ਸੁਪਰ CM, ਹੈ ਨਾ। ਇਹ ਮੀਡੀਆ ਨੇ ਦਿੱਤਾ ਹੋਇਆ ਨਾਮ ਹੈ, ਸੁਪਰ CM ਕਹਿੰਦੇ ਨੇ ਉਹਨਾਂ ਨੂੰ ਜੀ। ਔਰ ਉਹਨਾਂ ਨੇ ਇੱਕ ਨਵਾਂ ਟਾਸਕ ਦੇ ਦਿੱਤਾ ਹੈ ਮਾਨਯੋਗ ਮੁੱਖ ਮੰਤਰੀ ਹੋਰਾਂ ਨੂੰ, ਕਹਿੰਦੇ ਨੇ ਵੀ ਸਾਨੂੰ ਤਾਂ ਖਜ਼ਾਨੇ ਦਾ ਪੂਰਾ ਹਿਸਾਬ ਚਾਹੀਦਾ, ਜਿਹੜੀਆਂ ਯੋਜਨਾਵਾਂ ਜਿਹੜੀਆਂ ਨੇ ਜਿਨ੍ਹਾਂ ਦੀ ਫੰਡਿੰਗ ਹੁੰਦੀ ਹੈ, ਪਹਿਲਾਂ ਇਹ ਦੱਸੋ ਵੀ ਕਮਾਈ ਚੋਂ ਹੋ ਰਹੀ ਹੈ ਕਿ ਕਰਜ਼ੇ ਤੋਂ? ਦੇਖੋ, ਗੱਲ ਇਹ ਹੈ ਕਿ ਸਿੱਧੂ ਸਾਹਿਬ ਪੂਰਾ ਡੰਡਾ, ਤੁਹਾਨੂੰ ਇਹ ਨਹੀਂ ਲੱਗਦਾ ਵੀ ਸਿੱਧੂ ਸਾਹਿਬ ਆਪਣੀ ਦਾੜ ਹੇਠਾਂ ਲਿਆਉਣਾ ਚਾਹੁੰਦੇ ਨੇ ਮੁੱਖ ਮੰਤਰੀ ਹੋਰਾਂ ਨੂੰ? ਦੇਖੋ ਜੀ, ਉਹ ਤਾਂ ਲਿਆਉਣਗੇ ਦਾੜ ਹੇਠਾਂ, ਕਿਉਂਕਿ ਐਡੇ ਵੱਡੇ ਸਿਆਸੀ ਨਾਟਕ ਦੇ ਵਿੱਚ ਉਹਨਾਂ ਦੀ ਆਪ ਦੀ ਦਾੜ ਗਿੱਲੀ ਨਹੀਂ ਨਾ ਹੋਈ। ਬਿਲਕੁਲ ਜੀ, ਬਹੁਤਿਆਂ ਦੀ ਹਾਲੇ ਵੀ ਨਹੀਂ ਹੋਈ, ਪਰ ਬਹੁਤੇ ਬਹੁਤ ਕੁਝ ਭਾਲਦੇ ਵੀ ਨੇ। ਤੇ ਕੀ ਭਾਲਦੇ ਨੇ ਲੋਕ ਔਰ ਕੀ ਚੱਲ ਰਿਹਾ ਸਿਆਸੀ ਘਟਨਾਕ੍ਰਮ, ਇਹਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਵਕਫੇ ਤੋਂ ਬਾਅਦ। ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਇਸ ਵਕਫੇ ਤੋਂ ਬਾਅਦ ਇੱਕ ਵਾਰ ਮੁੜ ਤੁਹਾਡਾ ਸਵਾਗਤ ਪ੍ਰੋਗਰਾਮ ਪੰਜਾਬੀ ਸੱਥ ਦੇ ਵਿੱਚ। ਇਸ ਵੇਲੇ ਤੁਸੀਂ ਜੁੜੇ ਹੋਏ ਹੋ ਜੀ ਚਰਨਜੀਤ ਜੋਗੀ ਤੇ ਰਮਣੀਕ ਕੌਰ ਦੇ ਨਾਲ। ਜੋਗੀ ਜੀ, ਜਿਵੇਂ ਕਿ ਸਿਆਸੀ ਘਟਨਾਕ੍ਰਮ ਇਸ ਵੇਲੇ ਚੱਲ ਰਿਹਾ ਹੈ, ਪੰਜਾਬ ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ, ਔਰ ਉਹਨਾਂ ਚੋਣਾਂ ਦੇ ਵਿੱਚ
ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਨਾ ਕਿ ਜੇ ਆਪਣੀ ਭੈਣ ਦੇ ਵਿਆਹ 'ਚ ਬੱਤਾ ਪੀਣ ਨੂੰ ਨਾ ਮਿਲੇ ਤੇ ਫਿਰ ਮਿਲਣਾ ਕਦੋਂ ਆ? ਬਿਲਕੁਲ ਬਿਲਕੁਲ ਸਹੀ ਗੱਲ ਹੈ, ਉਹ ਹੁਣੀ ਵੀ ਇਦਾਂ ਚਾਹੀਦੀ ਆ। ਅੱਛਾ, ਹਾਂ, ਸ਼ਾਇਦ ਇਸੇ ਕਰਕੇ ਮੁੱਖ ਮੰਤਰੀ ਚਰਨਜੀਤ ਚੰਨੀ ਜਿਹੜੇ ਨੇ, ਉਹਨਾਂ ਦੇ ਭਰਾ ਨੇ ਮਨੋਹਰ ਸਿੰਘ, ਡਾਕਟਰ ਮਨੋਹਰ ਸਿੰਘ ਜੀ, ਉਹ ਚਾਹੁੰਦੇ ਨੇ ਬੱਸੀ ਪਠਾਣਾ ਵਾਲੀ ਸੀਟ ਉਹਨਾਂ ਨੂੰ ਮਿਲ ਜਾਵੇ। ਬਿਲਕੁਲ ਜੀ। ਔਰ ਡਾਕਟਰ ਮਨੋਹਰ ਸਿੰਘ ਜਿਹੜੇ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਭਰਾ ਨੇ ਜੀ, ਅਕਸਰ ਉਹਨਾਂ ਦੇ ਨਾਲ ਰਹਿੰਦੇ ਨੇ, ਹੁਣ ਕਾਫੀ ਉਹਨਾਂ ਦੇ ਦੌਰੇ ਵਧੇ ਹੋਏ ਨੇ ਜੀ। ਗੱਲ ਇਹ ਹੈ ਕਿ ਉਹ ਡਾਕਟਰ ਨੇ ਬੱਸੀ ਪਠਾਣਾ ਤੋਂ ਉਹਨਾਂ ਦਾ ਹੁਣ ਦਿਲ ਕਰਦਾ ਹੈ ਕਿ ਮੈਂ ਵੀ MLA ਬਣ ਜਾਵਾਂ ਜੀ, ਆਪਣੇ ਭਰਾ ਦੇ ਵਾਂਗ। ਇੱਕ ਘਰ ਦੇ ਵਿੱਚੋਂ 2 ਗੱਡੀਆਂ ਨਿਕਲਿਆ ਕਰਨਾ, ਔਰ ਉਹ ਉਹਨਾਂ ਦੀ ਲਾਲਸਾ ਜਿਹੜੀ ਹੈ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜੇਕਰ ਆਪਣੇ ਘਰ ਦਾ ਹੋਵੇ ਵਿਆਹ, ਠੀਕ ਹੈ ਨਾ, ਆਪ ਹੀ ਅਸੀਂ ਪੈਸੇ ਖਰਚੇ ਹੋਣ, ਆਪ ਹੀ ਸਾਰਾ ਕੁਝ ਅਸੀਂ ਕਰਤੇ ਧਰਤੇ ਹੋਈਏ, ਤੇ ਫਿਰ ਵੀ ਨਾ ਸਾਨੂੰ ਪਨੀਰ ਵਾਲੇ ਪਕੌੜੇ ਹਰੀ ਚਟਨੀ ਦੇ ਨਾਲ ਖਾਣ ਨੂੰ ਮਿਲੇ ਤਾਂ ਫਿਰ ਸਾਨੂੰ ਮਿਲਣੇ ਕਦੋਂ ਨੂੰ? ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਲੋਕ ਚਾਹਣਗੇ ਤਾਂ ਮੈਂ ਜ਼ਰੂਰ ਲੜਾਂਗਾ। ਇਹ ਲੋਕਾਂ ਤੇ ਡਿਪੈਂਡ ਕਰਦਾ ਕਿ ਲੋਕ ਹੁਣ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ। ਦੇਖੋ ਗੱਲ ਇਹ ਹੈ ਕਿ ਕਈ ਵਾਰ ਕੁਝ ਆਪ ਦੀਆਂ ਖਾਹਿਸ਼ਾਂ ਵੀ ਹੁੰਦੀਆਂ ਨੇ, ਔਰ ਡਾਕਟਰ ਮਨੋਹਰ ਸਿੰਘ ਹੁਣਾਂ ਦੀਆਂ ਹੁਣ ਅੰਦਰਲੀਆਂ ਖਾਹਿਸ਼ਾਂ ਜਾਗੀਆਂ ਨੇ। ਪਰ ਉੱਥੇ ਜਿਹੜੇ ਸਿਟਿੰਗ MLA ਆਲਰੇਡੀ ਹੈਗੇ ਨੇ, ਗੁਰਪ੍ਰੀਤ ਸਿੰਘ GP, ਉਹ ਵੀ ਕਾਂਗਰਸੀ ਨੇ, ਫਿਰ ਉਹਨਾਂ ਨੂੰ ਲਾਂਭੇ ਕਰਨਗੇ। ਦੇਖੋ ਗੱਲ ਇਹ ਹੈ ਕਿ ਬਹੁਤ ਕੁਝ ਹੋਣਾ ਹਾਲੇ ਇੱਥੇ, ਜਦੋਂ ਸੀਟਾਂ ਦੀ ਵੰਡ ਹੋਣੀ ਹੈ, ਜਦੋਂ ਅਲਾਟਮੈਂਟ ਹੋਣੀ ਹੈ, ਉਸ ਵੇਲੇ ਬਹੁਤ ਸਾਰਿਆਂ ਨੇ ਡੱਡੂ ਛੜੱਪੇ ਮਾਰਨੇ, ਕਿਸੇ ਨੇ ਇੱਧਰ, ਕਿਸੇ ਨੇ ਉੱਧਰ, ਕਿਸੇ ਨੇ ਅੰਦਰ ਆਉਣਾ, ਕਿਸੇ ਨੇ ਬਾਹਰ ਜਾਣਾ। ਔਰ ਇਹਨਾਂ ਡੱਡੂ ਛੜੱਪਿਆਂ ਦੇ ਵਿੱਚ ਦੇਖਦੇ ਆ ਵੀ ਕਿਹਦਾ ਨੰਬਰ ਲੱਗਦਾ, ਕੀ ਮਨੋਹਰ ਸਿੰਘ ਜਿਹੜੇ ਹੈਗੇ ਆ ਡਾਕਟਰ ਸਾਹਿਬ, ਉਹਨਾਂ ਨੂੰ ਸੀਟ ਮਿਲਦੀ ਹੈ, ਉਹਨਾਂ ਨੂੰ ਸੀਟ ਦਿੱਤੀ ਜਾਂਦੀ ਹੈ। ਕਿਉਂਕਿ ਕਾਂਗਰਸ ਅੱਗੇ ਇਹ ਕਹਿੰਦੀ ਹੁੰਦੀ ਸੀ ਕਿ ਜਦੋਂ ਇੱਕ ਪਰਿਵਾਰ ਦੇ ਵਿੱਚੋਂ ਇੱਕ ਹੀ ਟਿਕਟ ਦੇਣੀ ਹੈ, ਪਰ ਕਦੇ ਵੀ ਆਪਣੀ ਇਸ ਗੱਲ ਤੇ ਟਿਕੀ ਨਹੀਂ। ਸੋ ਇਹ ਵੀ ਹੋ ਸਕਦਾ ਕਿ ਮਨੋਹਰ ਸਿੰਘ ਹੁਣਾਂ ਨੂੰ ਕਿਤੇ ਉਹਨਾਂ ਤੇ ਕਿਤੇ ਟਿਕਟ ਜ਼ਰੂਰ ਦਿੱਤੀ ਜਾਵੇ। ਬੜੇ ਬੜੇ ਅਫਸਰ ਆਉਂਦੇ ਰਹੇ ਨੇ, ਇਦਾਂ ਲੜਦੇ ਰਹੇ ਨੇ ਇਲੈਕਸ਼ਨਾਂ, ਇਹ ਵੀ ਇਲੈਕਸ਼ਨ ਲੜ ਲੈਣ, ਚੰਗੇ ਬੰਦੇ ਨੇ, ਪਰ ਦੇਖਾਂਗੇ ਕਿ ਚੰਗਾ ਕੰਮ ਕੀ ਕਰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ। ਉਧਰ ਦੂਜੇ ਪਾਸੇ ਦੇਖਿਆ ਜਾਵੇ ਤੇ ਚੰਗੇ ਕੰਮ ਕਰਕੇ ਹੁਣ ਫਾਈਨਲੀ ਰਾਜਨੀਤੀ ਦੇ ਵਿੱਚ ਆਉਣ ਤੇ ਵਾਲੇ ਨੇ, ਪਰ ਪਹਿਲਾਂ ਪਰਿਵਾਰ ਨੂੰ ਅੱਗੇ ਕਰ ਦਿੱਤਾ। ਸੋਨੂੰ ਸੂਦ ਹੋਰੀ, ਉਹਨਾਂ ਦੀ ਭੈਣ ਜਿਹੜੀ ਨੇ ਮਾਲਵਿਕਾ, ਉਹ ਵੀ ਰਾਜਨੀਤੀ ਦੇ ਵਿੱਚ ਉਤਰ ਗਏ ਨੇ, ਪਰ ਹਾਲੇ ਤੱਕ ਪਾਰਟੀ ਦਾ ਨਾਮ ਨਹੀਂ ਦੱਸਿਆ। ਦੇਖੋ ਉਹਨਾਂ ਨੇ ਆਪਣੇ ਆਪ ਨੂੰ ਇਹ ਕਹਿਤਾ ਕਿ ਅਸੀਂ ਮੋਗੇ ਤੋਂ ਇਲੈਕਸ਼ਨ ਲੜਾਂਗੇ ਜੀ। ਮਾਲਵਿਕਾ ਇੱਕ ਚੰਗਾ ਨਾਮ ਹੈ ਕਿਉਂਕਿ ਉਹਦੇ ਨਾਲ ਸੋਨੂੰ ਸੂਦ ਵੀ ਜੁੜਿਆ ਹੋਇਆ। ਬਿਲਕੁਲ, ਸੋਨੂੰ ਸੂਦ ਨੇ ਜੋ ਕਰੋਨਾ ਦੇ ਵਿੱਚ ਕੀਤਾ ਹੈ, ਜੋ ਕੰਮ ਕੀਤੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਇਆ, ਉਹਨਾਂ ਨੂੰ ਹੋਰ ਸਹੂਲਤ ਦਿੱਤੀ, ਘਰ ਤੀਕਰ ਵੀ ਪਹੁੰਚਾਇਆ ਉਹਨਾਂ ਨੂੰ, ਔਰ ਬਹੁਤ ਸਾਰੇ ਲੋਕਾਂ ਦੇ ਕਿਰਾਏ ਦਿੱਤੇ ਆ। ਸੋਨੂੰ ਸੂਦ ਹੀਰੋ ਬਣ ਕੇ ਉੱਭਰੇ ਨੇ, ਲੋਕਾਂ ਦੇ ਦਿਲਾਂ ਦੇ ਵਿੱਚ ਨੇ, ਔਰ ਖਾਸ ਕਰਕੇ ਮੋਗੇ ਵਾਲਿਆਂ ਦੇ ਦਿਲਾਂ ਦੇ ਵਿੱਚ, ਕਿਉਂਕਿ ਉੱਥੇ ਦੇ ਹੈਗੇ ਨੇ। ਹੁਣ ਜੇਕਰ ਮਾਲਵਿਕਾ ਜਿਹੜੀ ਕਿ ਪਹਿਲਾਂ ਤੋਂ ਹੀ ਬਹੁਤ ਸਮਾਜ ਸੇਵਿਕਾ ਦੇ ਤੌਰ ਤੇ ਵਿਚਰਦੀ ਰਹੀ ਹੈ, ਜੇਕਰ ਹੁਣ ਉਹ ਸਿਆਸਤ ਵਿੱਚ ਆਉਂਦੇ ਨੇ, ਪਹਿਲੀ ਗੱਲ ਤੇ ਜਿਹੜੇ ਸਮਾਜ ਸੇਵਕ ਹੈ ਨਾ, ਮੈਂ ਆਪਣੀ ਨਿੱਜੀ ਤੌਰ ਤੇ ਗੱਲ ਕਰਦਾ, ਸਮਾਜ ਸੇਵਕ ਜਿਹੜੇ ਹੁੰਦੇ ਨੇ ਉਹ ਚੰਗੇ ਹੁੰਦੇ ਨੇ। ਇੱਕ ਕਿਸੇ ਪਾਰਟੀ ਦੇ ਵਿੱਚ ਵੱਜ ਕੇ, ਜੇਕਰ ਕਿਸੇ ਇੱਕ ਕਲਾਸ ਦੇ ਵਿੱਚ, ਕਿਸੇ ਜਮਾਤ ਦੇ ਵਿੱਚ ਵੱਜ ਕੇ ਕੰਮ ਕਰਨਗੇ, ਉਹਨਾਂ ਕੋਲੋਂ ਫਿਰ ਸਮਾਜ ਸੇਵਾ ਦਾ ਕੰਮ ਹੋਣਾ ਨਹੀਂ ਜੀ। ਇਹ ਤਾਂ ਚੰਗਾ ਹੈ ਕਿ ਜੇਕਰ ਤੁਸੀਂ ਸਮਾਜ ਸੇਵਾ ਦੇ ਕੰਮ ਕਰਦੇ ਹੋ, ਕਰੀ ਜਾਓ। ਇੱਕ ਹੱਥ ਤੁਹਾਡੇ ਨਾਲ ਸੋਨੂੰ ਸੂਦ ਦਾ ਹੈਗਾ, ਦੂਸਰਾ ਤੁਸੀਂ ਆਪਣਾ ਹੱਥ ਆ ਉਹ ਕਰਦੇ ਰਹੋ, ਲੋਕਾਂ ਦੇ ਦਿਲਾਂ ਦੇ ਵਿੱਚ ਰਹੋਗੇ। ਜਦੋਂ ਤੁਸੀਂ ਕਿਸੇ ਪਾਰਟੀ ਦਾ ਠੱਪਾ ਲਵਾ ਲਿਆ ਤਾਂ ਫਿਰ ਤੁਸੀਂ ਬਹੁਤਿਆਂ ਦੇ ਦਿਲਾਂ ਦੇ ਵਿੱਚੋਂ ਉੱਤਰ ਵੀ ਜਾਣਾ ਹੈ, ਭਾਵੇਂ ਉਹ ਲੋਕਾਂ ਦੀ ਤੁਸੀਂ ਮਦਦ ਕੀਤੀ ਹੋਵੇ, ਕਿਉਂਕਿ ਇਸ ਵੇਲੇ ਸਾਰੀਆਂ ਪਾਰਟੀਆਂ ਦੇ ਲੋਕ ਤੁਹਾਨੂੰ ਪਿਆਰ ਕਰਨਗੇ, ਪਰ ਜਦੋਂ ਤੁਸੀਂ ਕਿਸੇ ਪਲੇਟਫਾਰਮ ਤੇ ਆ ਗਏ, ਉਸ ਵੇਲੇ ਦੂਜੇ ਤੁਹਾਡੇ ਵੈਰੀ ਬਣ ਜਾਂਦੇ ਆ, ਔਰ ਦੂਜੇ ਤੁਹਾਨੂੰ ਨਿੰਦਣ ਲੱਗ ਪੈਂਦੇ ਆ। ਹੋ ਸਕਦਾ ਮਾਲਵਿਕਾ ਨੂੰ ਵੀ ਬਹੁਤ ਸਾਰੇ ਲੋਕ ਫਿਰ ਮਾੜਾ ਕਹਿਣ ਲੱਗ ਪੈਣ, ਕਿਉਂਕਿ ਇਹ ਸਿਆਸਤ ਹੈ ਹੀ ਐਸੀ ਹੈ ਕਿ ਜਦੋਂ ਚਿੱਕੜ ਦੇ ਵਿੱਚ ਜਾਂਦੇ ਆ, ਕੁਝ ਛਿੱਟੇ ਆਪਣੇ ਤੇ ਵੀ ਪੈਂਦੇ ਨੇ, ਕੁਝ ਅਸੀਂ ਦੂਸਰਿਆਂ ਤੇ ਵੀ ਪਾਉਂਦੇ ਆ। ਸਿਆਸਤ ਦੀ ਗੱਲ ਕਰੀਏ ਤੇ ਸਿਆਸਤ ਦੇ ਵਿੱਚ ਰਿਸ਼ਤੇਦਾਰੀ ਬੜੀ ਮਾਇਨੇ ਰੱਖਦੀ ਹੈ। ਪਰਿਵਾਰਵਾਦ ਨਾ ਕਦੇ ਨਿਕਲੇ ਤੇ ਨਾ ਨਿਕਲੇਗਾ। ਹੁਣ ਮਹਿੰਦਰ ਸਿੰਘ KP ਹੋਰਾਂ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਜਿਹੜੇ ਨੇ, ਉਹਨਾਂ ਦੇ ਰਿਸ਼ਤੇਦਾਰ ਨੇ, ਸ਼ਾਇਦ ਇਸੇ ਕਰਕੇ ਉਹਨਾਂ ਨੂੰ ਕੈਬਨਿਟ ਦਾ ਰੈਂਕ ਮਿਲਿਆ ਔਰ ਉਹਨਾਂ ਦੀ ਬੱਲੇ ਬੱਲੇ ਹੋਈ ਹੈ, ਚਰਚਾ ਦਾ ਵਿਸ਼ਾ ਬਣੇ ਨੇ। ਦੇਖੋ ਗੱਲ ਇਹ ਹੈ ਕਿ ਫਿਰ ਉਹੀ ਗੱਲ ਆ ਕਿ ਵਿਆਹ ਹੋਵੇ ਆਪਣਾ ਤੇ ਅਸੀਂ ਪੱਤਾ ਵੀ ਨਾ ਪੀਏ। ਇਹ ਦੇਖੋ ਇਦਾਂ ਹੀ ਆ ਕਿ ਅੰਗਲੀ ਸੰਗਲੀ ਜਿਹੜੀ ਜੁੜ ਜਾਂਦੀ ਆ, ਉਹ ਹੁਣ ਜੁੜੀ ਹੋਈ ਹੈ ਮਹਿੰਦਰ ਸਿੰਘ KP ਹੁਣਾਂ ਦੇ ਨਾਲ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ KP ਸਾਹਿਬ ਕਾਫੀ ਦੇਰ ਤੋਂ ਸਿਆਸੀ ਹਾਸ਼ੀਏ ਵੱਲੋਂ ਧੱਕੇ ਜਾ ਰਹੇ ਸੀਗੇ। ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੀ ਉਹਨਾਂ ਦੀ ਚੱਲਣ ਨਹੀਂ ਦਿੱਤੀ, ਔਰ ਉਹ ਬਹੁਤੀ ਵਾਰ ਹਾਰ ਵੀ ਗਏ। ਲੋਕ ਸਭਾ ਚੋਣ ਵੀ ਹਾਰੇ ਆ, ਵਿਧਾਨ ਸਭਾ ਚੋਣਾਂ ਵੀ ਹਾਰੇ ਆ, ਔਰ ਹੁਣ ਉਹਨਾਂ ਨੂੰ ਸਿਆਸੀ ਤੌਰ ਤੇ ਪਿੱਛੇ ਤੋਂ ਪਿੱਛੇ ਧੱਕਿਆ ਜਾ ਰਿਹਾ ਸੀਗਾ। ਹੁਣ ਚੰਨੀ ਸਾਹਿਬ ਆਏ ਨੇ, ਇੱਕ ਵਾਰ ਹੋਰ ਥਾਪੜਾ ਦਿੱਤਾ, ਕੈਬਨਿਟ ਰੈਂਕ ਮਿਲਿਆ। ਹੁਣ ਚੰਨੀ ਸਾਹਿਬ ਦੀ ਸੋਚ ਦੇ ਮੁਤਾਬਕ ਮਹਿੰਦਰ ਸਿੰਘ KP ਨੂੰ ਕੰਮ ਕਰਨਾ ਪਏਗਾ। ਆਦਮਪੁਰ ਦੇ ਵਿੱਚ ਚੰਨੀ ਸਾਹਿਬ ਆਏ, ਬਹੁਤ ਵੱਡੇ ਵੱਡੇ ਐਲਾਨ ਕੀਤੇ ਗਏ, ਸੜਕਾਂ ਦੇ ਨਾਮ ਰੱਖਣ ਤੱਕ, ਡਿਗਰੀ ਕਾਲਜ ਖੋਲ੍ਹਣ ਤੱਕ ਬਹੁਤ ਵੱਡੇ ਵੱਡੇ ਐਲਾਨ ਲੋਕਾਂ ਨੂੰ ਭਰਮਾਉਣ ਦੇ ਲਈ ਕੀਤੇ ਗਏ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਥਾਪੜਾ
ਮਹਿੰਦਰ ਸਿੰਘ ਕੇਪੀ ਨੂੰ ਲਿਆ ਕੇ ਮੁੜ ਸਿਆਸੀ ਸਭਾ ਦੇ ਵਿੱਚ ਮੂਹਰੇ ਖੜਾ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ ਹੈ, ਕਿ ਜਾਂ ਫਿਰ ਮਹਿੰਦਰ ਸਿੰਘ ਕੇਪੀ ਹੁਣ ਫਿਰ ਉਸੇ ਥਾਂ ਤੇ ਰਹਿਣਗੇ? ਗੱਲਾਂ 'ਚ ਮੈਨੂੰ ਇੱਕ ਗੱਲ ਹੋਰ ਚੇਤਾ ਆਈ ਹੈ ਜੋਗੀ ਜੀ, ਜੇ ਅਸੀਂ ਗੱਲ ਕਰੀਏ ਆਪਣੇ ਇੰਡੀਆ ਦੀ, ਇੱਕ ਪਾਸੇ ਪੋਲੂਸ਼ਨ ਦੇ ਨਾਲ ਲੜਿਆ ਜਾ ਰਿਹਾ, ਉਹਦਾ ਹਾਲੇ ਤੱਕ ਕੋਈ ਹੱਲ ਲੱਭਿਆ ਨਹੀਂ ਹੈ। ਤੁਸੀਂ ਕਿਸੇ ਵੀ ਰੇਲਵੇ ਸਟੇਸ਼ਨ ਤੇ ਦੇਖ ਲਓ, ਕਿਸੇ ਵੀ ਰੇਲਵੇ ਦੇ ਡੱਬੇ ਦੇ ਵਿੱਚ ਦੇਖ ਲਓ, ਕਦੇ ਵੀ ਤੁਹਾਨੂੰ ਸਾਫ਼ ਸਫਾਈ ਨਹੀਂ ਮਿਲੇਗੀ, ਭਾਵੇਂ ਲੱਖ ਸਵੱਛ ਭਾਰਤ ਦੀਆਂ ਗੱਲਾਂ ਕੀਤੀਆਂ ਜਾਣ। ਤੁਸੀਂ ਕਿਸੇ ਤੇ ਵੀ ਕਿਉਂ ਜਾਣਾ, ਤੁਸੀਂ ਆਪਣੀ ਰਾਜਧਾਨੀ ਦਿੱਲੀ ਵਾਲੇ ਦੇਖ ਲਓ, ਹੈ ਨਾ, ਉੱਥੇ ਤੁਸੀਂ ਦੇਖ ਲਓ ਵੀ ਕਿੱਡੇ ਚੰਨ ਚੜੇ ਨੇ, ਜਿਹੜੇ ਸਵੱਛ ਭਾਰਤ ਦੀਆਂ ਗੱਲਾਂ ਕਰਦੇ ਨੇ, ਡੀਂਗਾ ਮਾਰਦੇ ਨੇ। ਉਹ ਮੁਹਿੰਮ ਜਿਹੜੀ ਆ ਸਿਰਫ ਫੋਟੋਆਂ ਤੱਕ ਸੀਮਤ ਹੋ ਕੇ ਰਹਿ ਗਈ, ਉਸ ਤੋਂ ਅੱਗੇ ਵਧੀ ਨਹੀਂ ਜੀ। ਉਸ ਸਵੱਛ ਭਾਰਤ ਮੁਹਿੰਮ ਦਾ ਕਿਤੇ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਉਦਾਂ ਹੀ ਢੇਰ ਆ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ, ਹਰ ਕਸਬਿਆਂ ਦੇ ਵਿੱਚ ਵੀ, ਔਰ ਰੇਲਵੇ ਸਟੇਸ਼ਨਾਂ ਦੇ ਉੱਪਰ ਵੀ ਗੰਦ ਆ, ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਬਿਲਕੁਲ ਜੀ। ਪਰ ਦੂਜੇ ਪਾਸੇ ਭੋਪਾਲ ਦੇ ਵਿੱਚ ਵਰਲਡ ਕਲਾਸ ਰੇਲਵੇ ਦਾ ਉਦਘਾਟਨ ਕੀਤਾ ਜਾਂਦਾ ਹੈ ਪ੍ਰਧਾਨ ਮੰਤਰੀ ਹੋਰਾਂ ਵੱਲੋਂ, ਰਾਣੀ ਕਮਲਾਪਤੀ ਦੇ ਨਾਮ ਜੀ। ਤੇ ਇਹ ਕਿਹੜਾ ਭਾਰਤ ਹੈ ਤੇ ਉਹ ਕਿਹੜਾ ਭਾਰਤ ਹੈ, ਅਜੇ ਤੱਕ ਸਾਨੂੰ ਸਮਝ ਨਹੀਂ ਆਈ। ਦੇਖੋ, ਇਹ ਮਾੜੀ ਗੱਲ ਨਹੀਂ ਕਿ ਤੁਸੀਂ ਰਾਣੀ ਕਮਲਾਪਤੀ ਦੇ ਨਾਮ ਤੇ ਉੱਪਰ ਬਹੁਤ ਵਧੀਆ ਔਰ ਵਿਸ਼ਵ ਪੱਧਰੀ ਇੱਕ ਤੁਸੀਂ ਰੇਲਵੇ ਸਟੇਸ਼ਨ ਤਿਆਰ ਕਰ ਰਹੇ ਹੋ ਜੀ। ਹੁਣੇ ਤਾਂ ਸਾਰੇ ਹੀ ਚਾਹੀਦੇ ਨੇ, ਕਿਉਂਕਿ ਇਸ ਵੇਲੇ ਭਾਰਤ ਸਮਰੱਥ ਹੈ ਕਿ ਵਧੀਆ ਕੰਮ ਕਰ ਸਕਦਾ ਹੈ ਜੀ। ਪਰ ਗੱਲ ਇਹ ਆ ਨਾ ਕਿ ਇੱਥੇ ਸਮਝ ਨਹੀਂ ਆਉਂਦੀ ਕਿ ਕਿਉਂ ਪਿਕ ਐਂਡ ਚੂਜ਼ ਕੰਮ ਕੀਤਾ ਜਾ ਰਿਹਾ। ਜਿਹੜੀ ਮੇਨ ਜ਼ਰੂਰਤ ਜਿਸ ਥਾਂ ਦੀ ਹੈਗੀ ਆ, ਉਹਨਾਂ ਨੂੰ ਸਵਾਰਨ ਦੀ ਬਜਾਏ ਅਸੀਂ ਪਿਕ ਐਂਡ ਚੂਜ਼ ਕੰਮ ਕਰ ਰਹੇ ਹਾਂ। ਇੱਥੇ ਮੈਨੂੰ ਕਹਾਣੀ ਯਾਦ ਆ ਰਹੀ ਇੱਕ, ਕਿ ਕੋਈ ਬੰਦਾ ਗਿਆ ਇੰਟਰਵਿਊ ਦੇ ਉੱਪਰ, ਸਿਕਿਉਰਿਟੀ ਗਾਰਡ ਦੀ ਉਹਨੇ ਇੰਟਰਵਿਊ ਲਈ ਗਿਆ ਤੇ ਨੌਕਰੀ ਦੇ ਲਈ ਉਹਨੇ ਇੰਟਰਵਿਊ ਦਿੱਤੀ। ਉਹਨੂੰ ਪੁੱਛਦੇ ਆ, ਕਹਿੰਦੇ ਹਾਂ ਵੀ ਤੈਨੂੰ ਅੰਗਰੇਜ਼ੀ ਆਉਂਦੀ ਹੈ? ਕਹਿੰਦੇ ਮਾਮਿਓ ਤੁਹਾਡੇ ਜਿਹੜੇ ਚੋਰ ਆ ਉਹ ਇੰਗਲੈਂਡ ਚੋਂ ਨੇ। ਹੁਣ ਸਾਨੂੰ ਇਹ ਗੱਲਾਂ ਆ ਕਿ ਵਰਲਡ ਕਲਾਸ ਸਟੇਸ਼ਨ ਜਿਹੜੇ ਆ ਸਾਨੂੰ ਸਾਰੇ ਚਾਹੀਦੇ ਆ, ਇੱਕ ਨਹੀਂ ਚਾਹੀਦਾ, ਸਾਨੂੰ ਸਾਰੇ ਚਾਹੀਦੇ। ਸਾਨੂੰ ਪੁੱਲ ਦਰੁਸਤ ਚਾਹੀਦੇ ਨੇ, ਸਾਨੂੰ ਅੰਦਰਲੇ ਟਾਇਲਟ ਸਾਫ਼ ਚਾਹੀਦੇ ਨੇ, ਸਾਨੂੰ ਕੱਲੀ ਸਹੂਲਤ ਚਾਹੀਦੀ ਹੈ। ਰੇਲਵੇ ਦੇ ਵਿੱਚ ਦੇਖਿਆ ਜਾਵੇ ਆਏ ਦਿਨ ਚੋਰੀਆਂ ਬਹੁਤ ਹੁੰਦੀਆਂ ਨੇ, ਕਿਤੇ ਵੀ ਕੋਈ ਵੀ ਔਰਤਾਂ ਦੇ ਲਈ ਸਿਕਿਉਰਿਟੀ ਨਹੀਂ ਹੈ। ਸੋ ਉਹ ਸਿਕਿਉਰਿਟੀ ਕਦੋਂ ਦਿੱਤੀ ਜਾਏਗੀ? ਤੁਸੀਂ ਜਿਹੜੇ ਪਹਿਲਾਂ ਤੋਂ ਤੁਹਾਡੇ ਕੋਲ ਸਿਸਟਮ ਹੈ ਉਹਨੂੰ ਤੇ ਸਵਾਰ ਲਓ। ਹਾਂ, ਜਿਹੜੀਆਂ ਤੁਹਾਡੇ ਕੋਲ ਚੀਜ਼ਾਂ ਮੌਜੂਦ ਨੇ, ਤੁਸੀਂ ਉਦਘਾਟਨ ਜਿਹੜੇ ਮੈਂ ਉਦਘਾਟਨ ਦੀ ਫਿਲਾਸਫੀ ਸਮਝਦਾ ਨਾ, ਉਹ ਸਿਰਫ ਇਸ ਕਰਕੇ ਕਿ ਤੁਸੀਂ ਵੋਟਾਂ ਲੈਣੀਆਂ। ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਨਾ, ਉਹਨਾਂ ਨੇ ਪੁਰਾਣੇ ਜਿਹੜੇ ਸਿਸਟਮ ਹੈ, ਪੁਰਾਣੀਆਂ ਸਰਕਾਰਾਂ ਦਾ ਜਿਹੜਾ ਸਿਸਟਮ ਹੈ, ਉਹਨੂੰ ਨਿੰਦਿਆ ਵੀ ਹੈ, ਪਰ ਆਪਣੇ ਅੰਡਰ ਜੋ ਕੰਮ ਨੇ ਉਹਨਾਂ ਨੂੰ ਭੁੱਲੀ ਜਾਂਦੇ ਨੇ। ਦੇਖੋ, ਇਹ ਹਰ ਇੱਕ ਪਾਰਟੀ ਦਾ ਇੱਕ ਏਜੰਡਾ ਹੀ ਹੁੰਦਾ। ਜਿਹੜੀ ਵੀ ਪਾਰਟੀ ਦੀ ਸਰਕਾਰ ਆਉਂਦੀ ਹੈ, ਉਹ ਦੂਸਰੀ ਪਾਰਟੀ ਜਿਹੜੀ ਸਰਕਾਰ ਰਾਜ ਕਰਕੇ ਗਈ ਹੁੰਦੀ ਹੈ ਉਹਨੂੰ ਭੰਡਦੀ ਹੈ। ਜੇ ਉਸ ਤੋਂ ਬਾਅਦ ਕੋਈ ਹੋਰ ਆ ਗਈ, ਉਹਨੇ ਇਹਨਾਂ ਨੂੰ ਭੰਡਣਾ। ਇਹ ਕੰਮ ਚੱਲਦੇ ਰਹੇ ਆ, ਪਰ ਸਾਨੂੰ ਹੁਣ ਇਹ ਹੈ ਕਿ ਜਿਹੜੇ ਚੰਗੇ ਕੰਮ ਆ ਉਹ ਚੱਲਦੇ ਰਹਿਣੇ ਚਾਹੀਦੇ। ਜੇਕਰ ਇਹਨਾਂ ਨੇ ਵਰਲਡ ਕਲਾਸ ਜਿਹੜਾ ਕਿ ਉਹ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ, ਔਰ ਉਹ ਪੂਰਾ ਹੋਣਾ ਚਾਹੀਦਾ, ਵਧੀਆ ਬਣਨਾ ਚਾਹੀਦਾ, ਸਾਰਾ ਕੁਝ ਹੋਣਾ ਚਾਹੀਦਾ, ਉਹਦੇ ਵਿੱਚ ਹੋਰ ਸਹੂਲਤਾਂ ਵੀ ਹੋਣੀਆਂ ਚਾਹੀਦੀਆਂ, ਪਰ ਬਾਕੀ ਸਟੇਸ਼ਨਾਂ ਦੀ ਵੀ ਸਾਰ ਲੈਣੀ ਚਾਹੀਦੀ ਆ। ਇਹ ਨਹੀਂ ਕਿ ਜਿੱਥੇ ਤੁਸੀਂ ਬਾਕੀ ਖੜਦੇ ਹੋ, ਬਹੁਤ ਸਾਰੇ ਐਸੇ ਇਤਿਹਾਸਕ ਸਥਾਨ ਹੋਣਗੇ। ਹੁਣ ਸਾਡਾ ਅੰਮ੍ਰਿਤਸਰ ਹੀ ਦੇਖ ਲਓ, ਕਿੱਡਾ ਵੱਡਾ ਇਤਿਹਾਸਕ ਸ਼ਹਿਰ ਆ, ਨਗਰ ਆ, ਉਹਦੇ ਰੇਲਵੇ ਸਟੇਸ਼ਨ ਦਾ ਤੁਸੀਂ ਹਾਲ ਦੇਖ ਲਓ। ਉੱਥੇ ਵੀ ਤੁਸੀਂ ਉਹ ਸੁੱਖ ਸਹੂਲਤਾਂ ਦੇ ਸਕਦੇ ਹੋ, ਉੱਥੇ ਵੀ ਤੁਸੀਂ ਉਹਨੂੰ ਵਧੀਆ ਬਣਾ ਸਕਦੇ ਹੋ, ਪਰ ਪੰਜਾਬ ਦੇ ਵਿੱਚ ਇਹਨਾਂ ਨੂੰ ਕੁਝ ਲੱਭਦਾ ਨਹੀਂ, ਤਾਂ ਕਰਕੇ ਉਹ ਇਸ ਤਰ੍ਹਾਂ ਸਾਡੀ ਕੋਈ ਸਾਰ ਨਹੀਂ ਲੈਂਦਾ। ਅੰਮ੍ਰਿਤਸਰ ਦੀ ਗੱਲ ਤੁਸੀਂ ਕੀਤੀ ਹੈ, ਤੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੇ, ਉਹਨਾਂ ਨੇ ਇੱਕ ਨਵਾਂ ਹੁਕਮ ਜਿਹੜਾ ਜਾਰੀ ਕੀਤਾ, ਔਰ ਬਹੁਤ ਵਧੀਆ ਗੱਲ ਹੈ। ਬਹੁਤ ਸਾਰੇ ਲੋਕ ਜਿਹੜੇ ਨੇ, ਬਹੁਤ ਸਾਰੇ ਕਰਮਚਾਰੀ ਜਿਹੜੇ ਨੇ, ਉਹ ਕਹਿੰਦੇ ਅਸੀਂ ਨਹੀਂ ਕਰੋਨਾ ਦਾ ਟੀਕਾ ਲਵਾਉਣਾ। ਉਹ ਕਹਿੰਦੇ ਜੇ ਤੁਸੀਂ ਕਰੋਨਾ ਦਾ ਟੀਕਾ ਨਾ ਲਵਾਇਆ, ਕਿਉਂਕਿ ਹਾਲੇ ਵੀ ਬਹੁਤ ਸਾਰੀ ਜਨਤਾ ਜਿਹੜੀ ਹੈ ਕਰੋਨਾ ਦੇ ਟੀਕੇ ਤੋਂ ਭੱਜ ਰਹੀ ਹੈ, ਤੇ ਕਹਿੰਦੇ ਤੁਹਾਨੂੰ ਤਨਖਾਹ ਨਹੀਂ ਦੇਣੀ। ਉਹਦੇ ਪੂਰੇ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਸਿਰਫ ਤੇ ਸਿਰਫ 37 ਕਰੋੜ ਲੋਕ ਨੇ ਜਿਨ੍ਹਾਂ ਦਾ ਮੁਕੰਮਲ ਟੀਕਾਕਰਨ ਹੋਇਆ। ਪਰ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਕਰੀਬ 100% ਟੀਕਾਕਰਨ ਮੁਕੰਮਲ ਤੌਰ ਤੇ ਹੋ ਚੁੱਕਾ ਹੈ। ਲਓ ਜੀ, ਗੱਲ ਹੈ ਕਿ ਇਸੇ ਕਰਕੇ ਸ਼ਾਇਦ ਕੁਆਰੰਟੀਨ ਦੀ ਸ਼ਰਤ ਵੀ ਖਤਮ ਕਰ ਦਿੱਤੀ। ਜਿਹੜੇ ਡੀਸੀ ਸਾਹਿਬ ਅੰਮ੍ਰਿਤਸਰ ਦੀ ਤੁਸੀਂ ਗੱਲ ਕੀਤੀ ਆ ਕਿ ਉਹ ਕਹਿੰਦੇ ਨੇ ਕਿ ਜੇਕਰ ਟੀਕਾ ਤੁਸੀਂ ਨਹੀਂ ਲਗਵਾਇਆ ਤੁਹਾਨੂੰ ਤਨਖਾਹ ਨਹੀਂ ਦੇਣੀ। ਗੱਲ ਸੁਣ ਲਈ ਹੁਣੀ ਉਹਨਾਂ ਨੇ ਵੀ ਕੈਨੇਡਾ ਦੇ ਵਿੱਚੋਂ, ਕਿ ਉਧਰ ਵੀ ਜਿਹੜੇ ਕੈਨੇਡਾ 에ਅਰਲਾਈਨ ਵਾਲਿਆਂ ਨੇ ਵੀ 800 ਮੁਲਾਜ਼ਮਾਂ ਦੀ ਛਾਂਟੀ ਮਾਰੀ ਸੀਗੀ ਕਿ ਜੇਕਰ ਤੁਸੀਂ ਟੀਕਾ ਨਹੀਂ ਲਗਵਾਉਂਦੇ ਫਿਰ ਤੁਹਾਨੂੰ ਤਨਖਾਹ ਨਹੀਂ ਦਿੱਤੀ ਜਾਣਗੀ, ਤੁਹਾਨੂੰ ਛੁੱਟੀ ਤੇ ਭੇਜਿਆ ਜਾਊਗਾ। ਇਸੇ ਤਰ੍ਹਾਂ ਹੀ ਔਰ ਫਿਰ ਬਹੁਤ ਸਾਰੇ ਲੋਕਾਂ ਨੇ ਲਗਵਾਇਆ ਵੀ। ਹੁਣ ਜੇਕਰ ਆਪਾਂ ਕਹਿੰਦੇ ਹਾਂ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਲਗਭਗ 100% ਦੇ ਕਰੀਬ ਉਹਨਾਂ ਨੇ ਟੀਕਾ ਲਗਵਾ ਲਿਆ, ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਵੀ ਆ। ਉਹਨਾਂ ਨੇ ਇੰਡੀਆ ਵੀ ਆਉਣਾ ਹੈ। ਇੰਡੀਆ ਤਾਂ ਆਉਣਗੇ ਜੇਕਰ ਉਹਨਾਂ ਦੇ ਟੀਕਾ ਲੱਗਾ ਹੋਊਗਾ। ਬਾਕੀ ਉਹ ਘੁੰਮਣ ਫਿਰਨ ਦੇ ਸ਼ੌਕੀਨ ਲੋਕ ਜਿਹੜੇ ਨੇ, ਉਹਨਾਂ ਨੇ ਵੀ ਟੀਕਾ ਲਗਵਾਇਆ। ਸਾਡੇ ਵਾਲੇ ਕਹਿੰਦੇ ਅਸੀਂ ਕਿਹੜਾ ਕਿਤੇ ਜਾਣਾ, ਸਵੇਰੇ ਆਪਣੇ ਘਰ ਉਹਨੇ, ਸ਼ਾਮ ਨੂੰ ਜਲੰਧਰ ਉਹਨੇ, ਜਾਂ ਅੰਮ੍ਰਿਤਸਰ ਉਹਨੇ, ਜਾਂ ਲੁਧਿਆਣੇ ਉਹਨੇ, ਜਾਂ ਫਗਵਾੜੇ ਉਹਨੇ। ਆਹ ਹੀ ਤਾਂ ਸਾਡਾ ਘੁੰਮਣ ਦਾ ਚੱਕਰ ਹੈ। ਜਿਨ੍ਹਾਂ ਨੂੰ ਪਤਾ ਆ ਕਿ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਜਾਣਾ,
ਫਟਾਫਟ ਉਹਨਾਂ ਨੇ ਆਪਣਾ ਜਿਹੜੇ ਵੈਕਸੀਨੇਸ਼ਨ ਕਰਵਾ ਲਈ ਆ ਜੀ। ਔਰ ਜਿਨ੍ਹਾਂ ਨੇ ਵਿਚਾਰਿਆਂ ਨੇ ਨਹੀਂ ਕਰਵਾਈ ਉਹਨਾਂ ਨੇ ਸਵੇਰ ਨੂੰ ਆਪਣੇ ਰੋਟੀ ਵਾਲਾ ਡੱਬਾ ਮਗਰ ਰੱਖਣਾ ਸਾਈਕਲ ਤੇ, ਆਪਣੇ ਕੰਮ ਤੇ ਚੱਲ ਜਾਣਾ, ਕੰਮ ਤੋਂ ਘਰੇ ਕੰਮ। ਗੱਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਫਿਕਰ ਸਿਰਫ ਰੋਟੀ ਦਾ ਹੈ, ਉਹਨਾਂ ਨੂੰ ਮੌਤ ਨਹੀਂ ਸਤਾਉਂਦੀ ਜੀ। ਉਹ ਨਿਤ ਮੌਤ ਦੇ ਨਾਲ ਘੁਲਦੇ ਨੇ, ਨਿਤ ਮੌਤ ਦੇ ਨਾਲ ਦੋ ਚਾਰ ਹੁੰਦੇ ਨੇ। ਔਰ ਜਿਨ੍ਹਾਂ ਨੂੰ ਫਿਕਰ ਆ ਹੋਰ, ਉਹ ਫਿਰ ਸਾਰੇ ਕੰਮ ਕਰਦੇ ਫਿਰਦੇ ਨੇ। ਮਾਨਯੋਗ DC ਸਾਹਿਬ, ਫਿਕਰ ਕਰੋ ਉਹਨਾਂ ਮਜ਼ਦੂਰਾਂ ਦਾ, ਫਿਕਰ ਕਰੋ ਉਹਨਾਂ ਲੋਕਾਂ ਦਾ ਕਿ ਜਿਹੜੇ ਨਿਤ ਮੌਤ ਦੇ ਨਾਲ ਘੁਲਦੇ ਨੇ। ਉਹਨਾਂ ਨੂੰ ਟੀਕਿਆਂ ਤੋਂ ਤੁਸੀਂ ਕੀ ਡਰਾਓਗੇ, ਕੀ ਕਹੋਗੇ ਉਹਨਾਂ ਨੂੰ, ਕਿੱਥੇ ਬੰਨ੍ਹ ਕੇ ਲਿਆਓਗੇ? ਨਾਲੇ ਬੰਨ੍ਹ ਕੇ ਖੀਰ ਕਿਸੇ ਨੂੰ ਖਿਲਾਈ ਨਹੀਂ ਜਾ ਸਕਦੀ। ਜੋਗੀ ਜੀ, ਕਦੇ ਸੋਚਿਆ ਵੀ ਵਿਆਹ ਹੋਵੇ ਤਾਂ ਕੁੜੀ ਨਹੀਂ ਮੁੰਡਾ ਡੋਲੀ 'ਚ ਬਹਿ ਕੇ ਜਾਵੇ, ਸਹੁਰੇ ਘਰ ਆਪਣੇ, ਕੁੜੀ ਦੇ ਘਰ ਜਵਾਈ ਬਣ ਕੇ? ਹਾਂ। ਦੇਖੋ ਸੋਚ ਕੇ ਦੇਖੋ ਕਿ ਜੇਕਰ ਇਹ ਚੀਜ਼ ਪਾਣੀ ਦਾ ਵਹਾਅ ਪੁੱਠਾ ਵਹਿਣ ਲੱਗ ਪਵੇ, ਇਹ ਵਹਿਣ ਪੁੱਠੇ ਹੋ ਜਾਣ ਤਾਂ ਕਿਹੋ ਜਿਹੇ ਹਾਲਾਤ ਹੋਣਗੇ? ਲੋਕਾਂ ਨੇ ਕੁੱਖਾਂ ਦੇ ਵਿੱਚ ਮੁੰਡੇ ਮਾਰਨੇ ਸ਼ੁਰੂ ਕਰ ਦੇਣੇ। ਨਹੀਂ, ਸੋਚ ਕੇ ਦੇਖੋ। ਜੀ ਜੀ। ਫਿਰ ਕੁੜੀ ਵਾਲੇ ਨੇ ਦਾਜ ਮੰਗਿਆ ਕਰਨਾ। ਜਦੋਂ ਮੁੰਡਾ ਥੋੜਾ ਜਿਹਾ ਵੱਡਾ ਹੋਇਆ ਕਰਨਾ, ਫਿਰ ਦਾਦੀਆਂ ਨੇ ਕਿਹਾ ਕਰਨਾ, ਇਹਨੂੰ ਸਿਖਾ ਦੇ ਕੋਈ ਰੋਟੀ ਪਾਣੀ ਬਣਾਉਣੀ, ਕਿ ਇੱਦਾਂ ਤੁਰਦਾ ਫਿਰਦਾ ਰਿਹਾ ਕਰੂਗਾ। ਇਹਨੂੰ ਕੋਈ ਆਟਾ ਗੁੰਨਣਾ ਸਿਖਾਓ, ਇਹਨੂੰ ਕੋਈ ਚੌਲ ਬਣਾਉਣੇ ਸਿਖਾਓ, ਇਹਨੂੰ ਕੋਈ ਦਾਲਾਂ ਦੂਲਾਂ ਰਿੰਨਣੀਆਂ ਸਿਖਾਓ। ਜਾ ਕੇ ਸੱਸ ਦੀ, ਘਰ ਵਾਲੀ ਦੀ ਸੇਵਾ ਵੀ ਕਰਨੀ ਹੈ। ਹਾਂ, ਸੱਸ ਦੀ ਨਹੀਂ, ਸਹੁਰੇ ਦੀ। ਉਧਰ ਵੀ ਤਾਂ ਉਲਟਾ ਹੀ ਹੋਣਾ ਕੰਮ। ਫਿਰ ਸਹੁਰੇ ਨੇ ਜ਼ਿਆਦਾ ਪੰਗੇ ਲਿਆ ਕਰਨੇ ਆ ਨਾ। ਤੈਨੂੰ ਤੇਰੇ ਬੁੜੇ ਨੇ ਕੁਝ ਸਿਖਾ ਕੇ ਨਹੀਂ ਭੇਜਿਆ, ਮੂੰਹ ਚੱਕ ਕੇ ਤੈਨੂੰ ਤੋਰ ਦਿੱਤਾ। ਇਹ ਤਾਂ ਮੇਰੀ ਕੁੜੀ ਚੰਗੀ ਸੀ ਜਿਹੜੀ ਤੈਨੂੰ ਰੱਖੀ ਜਾਂਦੀ ਹੈ, ਹੁਣ ਨੂੰ ਤਾਂ ਤੈਨੂੰ ਬੋਧਿਓ ਫੜ ਕੇ ਬਾਹਰ ਕੱਢਿਆ ਹੋਣਾ ਸੀ। ਫਿਰ ਦੇਖੋ, ਜਦੋਂ ਡੋਲੀ ਤੋਰਨ ਲੱਗਿਆ ਕਰਨੀ ਸੀ, ਮੁੰਡੇ ਨੇ ਕਿੱਦਾਂ ਡੰਗਿਆ ਕਰਨਾ ਸੀ ਆਪਣੇ ਪਿਓ ਦੇ ਗੱਲ ਲੱਗ ਕੇ। ਮਾਂ ਨੇ ਫਿਰ ਉਹਨੂੰ ਹੌਸਲਾ ਦਿਆ ਕਰਨਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਹੌਸਲਾ ਰੱਖ, ਤੇਰਾ ਪਿਓ ਵੀ ਤਾਂ ਆਇਆ ਹੀ ਆ। ਕੈਸੀਆਂ ਗੱਲਾਂ ਹੋਇਆ ਕਰਨੀਆਂ ਸੀ ਜ਼ਿੰਦਗੀ ਦੇ ਵਿੱਚ। ਇਹ ਬੇਤਰਤੀਬੀ ਜਦੋਂ ਉਲਟਾਪਨ ਆਉਂਦਾ ਤੇ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਨੇ। ਔਰ ਜੋ ਕੁਦਰਤ ਨੇ ਜੋ ਨਿਯਮ ਬਣਾਏ ਨੇ, ਪਰ ਇਹ ਜਿਹੜੀ ਤੁਹਾਡੀ ਕਲਪਨਾ ਹੈ, ਇਹ ਸੱਚ ਵੀ ਹੈ। ਕਿੱਦਾਂ? ਮੇਘਾਲਿਆ ਦੇ ਵਿੱਚ ਇੱਕ ਟ੍ਰਾਈਬ ਹੈ, ਖਾਸੀ ਉਹਦਾ ਨਾਮ ਹੈ, ਔਰ ਉੱਥੇ ਬਕਾਇਦਾ ਮੁੰਡੇ ਡੋਲੀ 'ਚ ਬਹਿ ਕੇ ਕੁੜੀਆਂ ਦੇ ਘਰ ਜਾਂਦੇ ਨੇ। ਉੱਥੇ ਜਾਇਦਾਦ ਵੀ ਕੁੜੀਆਂ ਦੇ ਨਾਮ ਤੇ ਹੁੰਦੀ ਹੈ। ਇੱਕ ਮਰਦ ਪ੍ਰਧਾਨ ਸੁਸਾਇਟੀ ਜਿਵੇਂ ਆਪਣੀ ਇੰਡੀਆ ਦੀ, ਉੱਥੇ ਔਰਤ ਪ੍ਰਧਾਨ ਸੁਸਾਇਟੀ। ਕਾਸ਼ ਮੈਂ ਉੱਥੇ ਹੁੰਦੀ। ਕੀ ਬਾਤ ਹੈ, ਤੈਨੂੰ ਹੁਣ ਭੇਜ ਦਿੰਦੇ। ਮਤਲਬ ਮੈਨੂੰ ਵਧੀਆ ਲੱਗਦਾ ਨਾ ਕਿ ਮੇਰੇ ਲਈ ਜਿਹੜਾ ਮੇਰਾ ਘਰ ਵਾਲਾ ਉਹ ਖਾਣਾ ਬਣਾਵੇ। ਦੇਖੋ, ਗੱਲ ਇਹ ਆ ਕਿ ਫਿਰ ਵਿਚਾਰਿਆਂ ਦੇ ਨਾ ਬੰਦਿਆਂ ਦੀ ਸੇਵਾ ਕਰੇ ਮੇਰੀ। ਹਾਲਾਤ ਬਹੁਤ ਤੰਗੀ ਵਾਲੇ ਹੋਣੇ ਸੀਗੇ। ਕਿਵੇਂ? ਉਹਨੇ ਕਿਆ ਕਰਨਾ ਸੀਗਾ, ਦੇਖ ਲਓ ਮੇਰੇ ਪੋਚੇ ਮਾਰਦੇ ਦੇ ਮੇਰੇ ਫੰਟ ਵਾਲੇ ਪਜਾਮੇ ਵੀ ਪਾਟ ਗਏ, ਹੁਣ ਮੈਨੂੰ 2 ਪਜਾਮੇ ਹੀ ਲੈ ਦਿਓ। ਫਿਰ ਘਰ ਵਾਲੇ ਨੇ ਕਹਿਣਾ, ਬਹੁਤ ਤੂੰ ਪਜਾਮੇ ਪਾੜ, ਤੂੰ ਨਜਾਇਜ਼ ਖਰਚੇ ਬਹੁਤ ਕਰਨ ਲੱਗ ਪਿਆ। ਤੈਨੂੰ ਮੈਂ ਹਾਏ ਮੈਂ ਤਾਂ ਕਦੇ ਹਲੇ ਬਿਊਟੀ ਪਾਰਲਰ ਵੀ ਨਹੀਂ ਗਿਆ। ਫਿਰ ਬੰਦਿਆਂ ਨੇ ਬਿਊਟੀ ਪਾਰਲਰ ਜਾਇਆ ਕਰਨਾ ਸੀ, ਹਾਂ, ਸੋਹਣੇ ਦਿਸਣ ਦੇ ਲਈ। ਜਿੱਦਾਂ ਹੁਣ ਕੁੜੀਆਂ ਸੋਹਣੀਆਂ ਬਣਨ ਦੇ ਵਾਸਤੇ। ਤੁਹਾਨੂੰ ਬੰਦਿਆਂ ਨੂੰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਸਾਨੂੰ ਕਿੰਨੇ ਜ਼ਿਆਦਾ ਸ਼ੋਸ਼ੇ ਕਰਨੇ ਪੈਂਦੇ ਆ, ਹੈਨਾ। ਪਰਵੱਟੇ ਬਣਾ, ਇਹ ਕਰ, ਉਹ ਕਰ, ਤੁਹਾਨੂੰ ਕੁਦਰਤੀ ਹੁਸਨ, ਇਹ ਪਰਮਾਤਮਾ ਦੀ ਕਿਰਪਾ। ਦੇਖੋ, ਖੂਬਸੂਰਤੀ ਉਹ ਜਿਹੜੀ ਤੁਹਾਡੀ ਅੱਖ ਦੇ ਵਿੱਚ ਹੁੰਦੀ ਹੈ। ਤੁਸੀਂ ਕਿਸੇ ਵੀ ਚੀਜ਼ ਨੂੰ ਖੂਬਸੂਰਤ ਦੇਖ ਸਕਦੇ ਹੋ, ਤੁਸੀਂ ਕਿਸੇ ਵੀ ਚੀਜ਼ ਨੂੰ ਮਾੜੀ ਦੇਖ ਸਕਦੇ ਹੋ। ਗੱਲ ਇਹ ਹੈ ਕਿ ਜ਼ਹਿਨੀ ਤੌਰ ਤੇ ਬੰਦੇ ਨੂੰ ਖੂਬਸੂਰਤ ਹੋਣਾ ਚਾਹੀਦਾ। ਬਹੁਤ ਸਾਰੀਆਂ ਖੂਬਸੂਰਤ ਗੱਲਾਂ ਕੀਤੀਆਂ ਆਪਾਂ ਅੱਜ, ਔਰ ਕਹਿਣ ਦਾ ਮਤਲਬ ਹੈ ਕਿ ਜ਼ਿੰਦਗੀ ਬੇਤਰਤੀਬੀ ਨਾ ਹੋਵੇ। ਜਿਸ ਤਰ੍ਹਾਂ ਚੱਲਦੀ ਹੈ ਉਸੇ ਦੇ ਵਿੱਚ ਹੀ ਬੰਦੇ ਨੂੰ ਤਰਤੀਬੀ ਆ ਜਾਵੇ, ਇੱਕ ਸਕੂਨ ਆ ਜਾਵੇ, ਸਹੀ ਜਿਉਣ ਦੀ ਕਲਾ ਆ ਜਾਵੇ, ਫਿਰ ਜ਼ਿੰਦਗੀ ਸੋਹਣੀ ਹੈ। ਨਹੀਂ ਤਾਂ ਫਿਰ ਉਹੀ ਜ਼ਿੰਦਗੀ ਕਈ ਵਾਰ ਜਾਨ ਦਾ ਖੌਫ ਹੀ ਬਣ ਜਾਂਦੀ ਹੈ। ਬਿਲਕੁਲ ਜੀ, ਪਰ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਸਭ ਦੀ ਸੋਹਣੀ ਹੋਵੇ, ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਏਦਾਂ ਹੀ ਖੁਸ਼ੀਆਂ ਖੇੜੇ ਭਰੇ ਰਹਿਣ। ਇਸੇ ਦੁਆ ਦੇ ਨਾਲ ਹੁਣ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਪ੍ਰੋਗਰਾਮ ਪੰਜਾਬੀ ਸੱਤ ਨੂੰ ਇੱਥੇ ਸਮੇਟਣ ਦੀ ਦਿਓ ਇਜਾਜ਼ਤ। ਇਸੇ ਤਰ੍ਹਾਂ ਹੀ ਤੁਸੀਂ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।